साहिब जीओ। गुरु नानक अंगद गुरु, अमरदास पद बंद। रामदास अर्जन गुरु, वर श्री हर गोविंद। हरि राय हर कृष्ण गुरु, तेग बहादुर चंद। दसवें गोविंद सिंह गुरु, नमो चरण अरविंद। श्री गुर शब्द कमाए जन, जीते पंच विकार। तिन संतन को बंदना, सिर चरणन परतार। एक ओंकारा सतगुरु, तिहि प्रसाद सच होय। वाहिगुरु जी की फतेह, विघ्न विनाशन सोय। वाहिगुरु जी की फतेह, विघ्न विनाशन सोय। वाहेगुरु साहिब जीओ दोहरा। जोत रसोईया देग मैं, गुर हित करत आहार। विपर जात सेवा करे, उर हंकार निवार। जोत रसोईया देग मैं। वाहिगुरु जी का खालसा, वाहिगुरु जी की फतेह। परम सत्कारयोग गुरु खालसा साध संगत जी, अमृत वेले तो गुरु महाराज की हजूरी के दीवान सजिया है। गुरबाणी स्वरूप सतगुरु जी की प्रकाश सेवा के नाल ही गुरु नानक साहिब जी के मुखारबिंद तो उचारण की हुई महान महान तुर की बाणी, सच की बाणी, जप बाणी का जाप पाठ होया है। तीसरे पातशाह सतगुरु अमरदास साहिब जी का सोहना सुंदर इतिहास लड़ीवार रूप में चल रहा है। आप सरवण करके लाहे ले रहे हाँ। जिस तरह गुरु अमरदास साहिब महाराज जी ने सिक्खी के प्रचार लई 22 मंजियां बख्शियां, वो किहड़ियां सिखां नूं बख्शियां, वो प्रसंग आपां कई रोज तो सरवण कर रहे हैं। इस तरह 10वीं मंजी की बख्शिश की, 9वीं ते 8वीं मंजी की बख्शिश की। ये प्रसंग कल के दीवान में आपां सुन लए सी। जिवें सिक्खी के प्रचार लई गुरु महाराज ने होर मंजियां बख्शियां, तथा होर गुरु महाराज की हजूरी में जिहड़े सिख सेवक सदा सेवा करते रहे, उन्होंने उपर सतगुरु जी ने मेहर की निगाह करके बख्शिशां कीतियां, उन्होंने निहाल किया, जीवन सफल किया।
84 ਲੱਖ ਜੂਨੇ ਚੱਕਰ ਦੇ ਵਿੱਚੋਂ ਉਹਨਾਂ ਨੂੰ ਬਾਹਰ ਕੱਢਿਆ ਆਪਣੇ ਵਾਹਿਗੁਰੂ ਦੇ ਚਰਨਾਂ ਵਿੱਚ ਨਿਰਾਕਾਰ ਸਰੂਪ ਵਿੱਚ ਲੀਨ ਕਰ ਦਿੱਤਾ। ਉਹ ਕੁਝ ਪ੍ਰਸੰਗ ਗੁਰਸਿੱਖਾਂ ਦੇ ਆ ਰਹੇ ਹੈ, ਉਹ ਜਿਸ ਤਰ੍ਹਾਂ ਵੀ ਆਉਂਦੇ ਆਪਾਂ ਮਨ ਲਾ ਕੇ ਸੁਣੀਏ ਜੀ। ਜੋਦ ਰਸੋਈਆ ਦੇਗ ਮੈਂ। ਇਸ ਤਰ੍ਹਾਂ ਹੈ ਭਾਈ ਜੋਰ ਜੀ ਇੱਕੋ ਇੱਕ ਗੁਰੂ ਸਾਹਿਬ ਜੀ ਦਾ ਸਭ ਤੋਂ ਪਹਿਲਾਂ ਖਡੂਰ ਸਾਹਿਬ ਦੇ ਵਿੱਚ ਸਿੱਖ ਸਜਿਆ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਦੀ ਚਰਨ ਛਣ ਆ ਕੇ ਨੇ ਉਪਦੇਸ਼ ਲਿਆ ਸੀ ਤੇ ਗੁਰੂ ਅੰਗਦ ਸਾਹਿਬ ਜੀ ਦੇ ਨਾਲ ਮਿਲ ਕੇ ਇਹ ਗੁਰਬਾਣੀ ਦੀਆਂ ਵਿਚਾਰਾਂ ਕਰਦਾ ਰਹਿੰਦਾ ਸੀ। ਇਸ ਤਰ੍ਹਾਂ ਜਦੋਂ ਗੁਰੂ ਅੰਗਦ ਸਾਹਿਬ ਜੀ ਸੱਚਖੰਡ ਗਮਨ ਕਰ ਗਏ, ਫਿਰ ਗੁਰੂ ਅਮਰਦਾਸ ਸਾਹਿਬ ਜੀ ਦੀ ਹਜ਼ੂਰੀ ਵਿੱਚ ਚਰਨ ਛਣ ਰਹਿਣ ਲੱਗ ਪਿਆ ਸੀ। ਜਿਸ ਤਰ੍ਹਾਂ ਪਹਿਲਾਂ ਸੇਵਾ ਕਰਦਾ ਇਸੇ ਤਰ੍ਹਾਂ ਹੁਣ ਕਰ ਰਿਹਾ ਹੈ। ਉਹ ਤੀਸਰੇ ਪਾਤਸ਼ਾਹ ਦੇ ਸਮੇਂ ਸੇਵਾ ਕਰਦਿਆਂ ਜਿਵੇਂ ਇਹਨੇ ਬਖਸ਼ਿਸ਼ ਪ੍ਰਾਪਤ ਕੀਤੀ ਸਤਿਗੁਰੂ ਦੇ ਦਰ ਕਰ ਤੋਂ। ਉਹ ਪ੍ਰਸੰਗ ਕਹਿੰਦੇ ਵੀ ਗੁਰੂ ਕੇ ਲੰਗਰ ਵਿੱਚ ਯੋਧ ਨਾਮ ਦਾ ਜਿਹੜਾ ਰਸੋਈ ਹੈ ਲਾਂਗਰੀ ਹੈ। ਗੁਰ ਹਿਤ ਕਰਤ ਆਹਾਰ। ਗੁਰੂ ਮਹਾਰਾਜ ਦੇ ਛਕਣ ਵਾਸਤੇ ਇਹ ਭੋਜਨ ਤਿਆਰ ਕਰਦਾ ਹੈ। ਉਗਰਾ ਦਲੀਆ ਵਗੈਰਾ ਵਿਪਰ ਜਾਤ ਸੇਵਾ ਕਰੇ। ਹੁਣ ਭਾਵੇਂ ਇਹਦੀ ਜਾਤ ਬ੍ਰਾਹਮਣ ਹੈ ਪਰ ਫਿਰ ਵੀ ਸਤਿਗੁਰੂ ਦੀ ਬੜੀ ਇਹ ਸੇਵਾ ਕਰਦਾ ਹੈ। ਔਰ ਹੰਕਾਰ ਨਿਵਾਰ। ਹਿਰਦੇ ਵਿੱਚ ਜਿਹੜਾ ਹੰਕਾਰ ਉਹਨੂੰ ਨਿਵਰਤ ਕਰਕੇ ਦੂਰ ਕਰਕੇ। ਇਹ ਤਾਂ ਬ੍ਰਾਹਮਣ ਜਿਹੜੇ ਹੁੰਦੇ ਉਹਨਾਂ ਨੂੰ ਇਹ ਹੁੰਦਾ ਵੀ ਅਸੀਂ ਤਾਂ ਸੰਸਾਰ ਦੇ ਲੋਕਾਂ ਦੇ ਗੁਰੂ ਹਾਂ, ਸਾਨੂੰ ਲੋਕ ਪੂਜਣ, ਸਾਡੀ ਸੇਵਾ ਕਰਨ, ਅਸੀਂ ਇਹਨਾਂ ਦੀ ਕਿਉਂ ਸੇਵਾ ਕਰੀਏ। ਪਰ ਇਹ ਕਹਿੰਦੇ ਬ੍ਰਾਹਮਣ ਜਾਤੀ ਦਾ ਹੰਕਾਰ ਦੂਰ ਕਰਕੇ ਫਿਰ ਵੀ ਗੁਰੂ ਕੇ ਲੰਗਰ ਦੀ ਤੇ ਗੁਰੂ ਮਹਾਰਾਜ ਦੇ ਉਗਰੇ ਦਲੀਏ ਦੇ ਰੰਨਣ ਦੀ ਛਕਾਉਣ ਦੀ ਇਹ ਸੇਵਾ ਕਰਦਾ ਹੈ। ਚੌਪਈ ਜੋ ਜਿਸ ਕਾਲ ਪੁਰੀ ਮਹਿ ਆਵੇ। ਇਹ ਵੀ ਇਹਦਾ ਨਿਯਮ ਹੈ ਵੀ ਜਿਸ ਸਮੇਂ ਕੋਈ ਗੋਇੰਦਪਾਲਪੁਰੀ ਦੇ ਵਿੱਚ ਕੋਈ ਮਾਈ ਭਾਈ ਚੱਲ ਕੇ ਆ ਜਾਂਦਾ ਹੈ ਤਬ ਕਰ ਤਿਆਰ ਆਹਾਰ ਅਚਾਵੇ। ਜਦੋਂ ਕਹਿੰਦੇ ਨਵਾਂ ਹੀ ਜਿਹੜਾ ਭੋਜਨ ਤਿਆਰ ਕਰ ਤਾਜ਼ਾ ਭੋਜਨ ਤਿਆਰ ਕਰਕੇ ਗੁਰਸਿੱਖਾਂ ਨੂੰ ਛਕਾਉਂਦਾ ਹੈ। ਨਹਿ ਆਲਸ ਕੋ ਦਿਜਬਰ ਕਰੈ। ਹਾਂ ਬ੍ਰਾਹਮਣ ਜਿਹੜਾ ਕਿਸੇ ਸਮੇਂ ਵੀ ਆਲਸ ਨਹੀਂ ਕਰਦਾ, ਦਲਿਦਰ ਨਹੀਂ ਕਰਦਾ ਹੈ, ਇਹ ਹਮੇਸ਼ਾ ਸਾਵਧਾਨੀ ਰਹਿੰਦਾ ਹੈ। ਆਏ ਸ਼ੁਦਤ ਹੀ ਸ਼ੁਦਾ ਸੋ ਹਰੈ। ਜਦੋਂ ਕੋਈ ਭੁੱਖਾ ਧਿਆਇਆ ਆ ਜਾਂਦਾ ਹੈ ਉਹਨੂੰ ਭੋਜਨ ਦੇ ਕੇ ਉਹਦੀ ਜਿਹੜੀ ਭੁੱਖ ਹੈ ਦੂਰ ਕਰਦਾ, ਨਾਸ਼ ਕਰਦਾ, ਉਹਨੂੰ ਤ੍ਰਿਪਤ ਕਰਦਾ ਹੈ। ਦੇਖ ਸੇਵ ਰੀਜੇ ਗੁਰ ਦੇਵਾ। ਗੁਰੂ ਅਮਰਦਾਸ ਸਾਹਿਬ ਜੀ ਇਸ ਜੋਧ ਰਸੋਈ ਦੀ ਮਹਾਨ ਸੇਵਾ ਦੇਖ ਕੇ ਇੱਕ ਦਿਨ ਰੀਝੇ ਕੀ ਖੁਸ਼ ਹੋ ਗਏ, ਪ੍ਰਸੰਨ ਹੋ ਗਏ। ਸਤ ਨਾਮ ਦੇ ਗਿਆਨ ਕਰੇਵਾ। ਸੱਚੇ ਨਾਮ ਦਾ ਕਹਿੰਦੇ ਇਸ ਤਰ੍ਹਾਂ ਬਖਸ਼ਿਸ਼ ਕਰਕੇ ਫਿਰ ਇਹਨੂੰ ਬ੍ਰਹਮ ਗਿਆਨ ਬਖਸ਼ ਕਰ ਦੇ ਦਿੱਤਾ ਹੈ। ਜਨਮ ਮਰਨ ਕੋ ਦੁਖ ਨਿਰਵਾਰਾ। ਜੰਮਣ ਅਤੇ ਮਰਨ ਦਾ ਜਿਹੜਾ ਕੋਈ ਇਹ ਦੁੱਖ ਹੈ 10,000 ਬਿਛੂ ਇਕੱਠਾ ਡੰਗ ਮਾਰੇ ਇਹਨੂੰ ਵੱਧ ਕਹਿੰਦੇ ਮਰਨ ਦਾ ਦੁੱਖ ਹੁੰਦਾ ਹੈ ਤੇ ਜਨਮ ਸਮੇਂ ਵੀ ਬੜਾ ਭਾਰੀ ਦੁੱਖ ਹੁੰਦਾ ਹੈ। ਸੋ ਇਹ ਦੋਵੇਂ ਮਹਾਰਾਜ ਜੀ ਨੇ ਕਿਰਪਾ ਕਰਕੇ ਵੀ ਸੇਵਾ ਵੇਖ ਕੇ ਦੂਰ ਕਰ ਦਿੱਤੇ, ਨਿਵਰਤ ਕਰ ਦਿੱਤੇ ਹਨ। ਪਾਇਓ ਪਦ ਜਹ ਆਨੰਦ ਉਦਾਰਾ। ਜਿਸ ਨੇ ਆਨੰਦ ਵਾਲਾ ਜਿਹੜਾ ਅਹੁਦਾ ਰੁਤਬਾ ਪਾ ਲਿਆ ਹੈ। ਉਗਰ ਸੈਨ ਅਰ ਰਾਮਾ ਦੀਪਾ। ਇਹਦੇ ਵਾਂਗ ਇੱਕ ਉਗਰ ਸੈਨ, ਇੱਕ ਰਾਮਾ ਜੀ, ਇੱਕ ਤੀਸਰਾ ਭਾਈ ਦੀਪਾ ਜੀ ਆਏ ਸ੍ਰੀ ਗੁਰ ਅਮਰ ਸਮੀਪਾ। ਤਿੰਨੇ ਹੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੀ
ਸਮੀਪਾ ਪਾਸ ਹਜ਼ੂਰੀ ਵਿੱਚ ਆਏ ਹਨ। ਕਰ ਬੰਧਨ ਬੂਝਿਓ ਉਪਦੇਸ਼, ਜਿਨ੍ਹਾਂ ਨੇ ਨਮਸਕਾਰਾਂ ਕਰਕੇ ਫਿਰ ਸਤਿਗੁਰੂ ਜੀ ਤੋਂ ਉਪਦੇਸ਼ ਲਈ ਪੁੱਛਿਆ ਹੈ। ਗੁਰ ਬੋਲੇ ਕਰ ਕਿਰਪਾ ਵਿਸ਼ੇਸ਼, ਜਿਨ੍ਹਾਂ ਉੱਪਰ ਮਹਾਰਾਜ ਕਿਰਪਾ ਕਰਦੇ ਬਹੁਤ ਹੀ ਇਸ ਤਰ੍ਹਾਂ ਬੋਲੇ ਹਨ। ਅੰਮ੍ਰਿਤ ਵੇਲਾ ਕਰੋ ਇਸ਼ਨਾਨ, ਮਹਾਰਾਜ ਕਹਿੰਦੇ ਵੀ ਗੁਰੂ ਘਰ ਵੱਲੋਂ ਤੁਹਾਨੂੰ ਇਹੋ ਵਿਸ਼ੇਸ਼ ਹੈ ਵੀ ਅੰਮ੍ਰਿਤ ਵੇਲਾ ਜਦੋਂ ਹੋਵੇ, ਸਵੇਰ ਦਾ ਸੇਵਾ ਹੋਰ ਤੁਸੀਂ ਤਿੰਨੇ ਇਸ਼ਨਾਨ ਕਰ ਲਿਆ ਕਰੋ। ਗੁਰ ਕੋ ਸ਼ਬਦ ਪਠੋ ਕਰ ਧਿਆਨ, ਫਿਰ ਜਿਹੜੇ ਗੁਰੂ ਨਾਨਕ ਸਾਹਿਬ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਬਾਣੀ ਦੇ ਸ਼ਬਦ ਹੈ, ਉਹਨੂੰ ਧਿਆਨ ਨਾਲ ਕਹਿੰਦੇ ਤੁਸੀਂ ਪੜ੍ਹਿਆ ਕਰੋ। ਇਹਨਾਂ ਵੀ ਮਨ ਕਿਤੇ ਹੋਰ ਫਿਰੇ, ਤੁਸੀਂ ਇਹ ਜ਼ਬਾਨ ਤੋਂ ਹੀ ਪੜ੍ਹੋ ਨਾ, ਮਨ ਦਾ ਧਿਆਨ ਲਾ ਕੇ ਪੜ੍ਹਿਆ, ਟਿਕਾ ਕੇ ਪੜ੍ਹਿਆ ਕਰੋ। ਅਰਥ ਵਿਚਾਰ ਉਚਾਰਨ ਕਰੀਐ, ਇਸੇ ਤਰ੍ਹਾਂ ਵੀ ਮਹਾਰਾਜ ਜੀ ਸ਼ਬਦ ਰਾਹੀਂ ਬਾਣੀ ਦੀ ਕੀ ਕਹਿੰਦੇ ਹੋ, ਅਰਥਾਂ ਦੀ ਵਿਚਾਰ ਵੀ ਕਰਿਆ ਕਰੋ। ਅਰਥਾਂ ਦੀ ਵਿਚਾਰ ਕਰਕੇ ਪਾਠ ਕਰਨਾ ਕਰੀਏ। ਕਿਦੋਂ ਸੁਨੋ ਕਰ ਨਿਰਣੈ ਧਰੀਐ, ਅਥਵਾ ਕਿਸੇ ਗੁਰਸਿੱਖ ਤੋਂ ਬਾਣੀ ਦਾ ਪਾਠ ਸੁਣੋ, ਫਿਰ ਵੀ ਇਹ ਨਿਰਣਾ ਕਰਕੇ ਧਾਰੀਏ, ਉਹਦੇ ਵਿੱਚ ਸਿਧਾਂਤ ਨੂੰ ਗ੍ਰਹਿਣ ਕਰੀਏ। ਚਤਰ ਘਟੀ ਸਭ ਕਾਜ ਵਿਸਾਰਹੁ, ਬਈ 4 ਘੜੀਆਂ ਤੱਕ ਜਿਹੜਾ ਕਰਦਾ ਕੰਮ ਧੰਦਾ ਉਹ ਬਿਲਕੁਲ ਹੀ ਭੁਲਾ ਦੇਵੋ। ਅਰਥ ਸੁਨਹੁ ਕੈ ਆਪ ਉਚਾਰਹੁ, ਸੰਗਤ ਵਿੱਚ ਆ ਕੇ ਜਾਂ ਤਾਂ ਕਿਸੇ ਕਥਾਵਾਚਕ ਤੋਂ ਗੁਰਬਾਣੀ ਦੇ ਅਰਥ ਸੁਣੋ, ਕਿ ਆਪ ਹੈ ਫਿਰ ਵੀ ਆਪ ਕਥਾ ਕਰ ਲਓ, ਆਪ ਬਾਣੀ ਦੀ ਸ਼ਬਦ ਦੀ ਵਿਚਾਰ ਕਰ ਲਿਆ ਕਰੋ। ਸਲਤਾ ਮਹਿ ਨੌਕਾ ਬਹੁ ਭਰੀਐਤ, ਭਲਾ ਤੁਸੀਂ ਕਹੋ ਵੀ 4 ਘੜੀਆਂ ਸੰਗਤ ਨਾਲ ਕਥਾ ਸੁਣਨ ਨਾਲ ਕੀ ਇੰਨਾ ਮਹਾਨ ਲਾਭ ਹੋ ਜਾਊਗਾ ਵੀ ਬਾਕੀ ਸਾਰਾ ਦਿਨ ਧੰਦਾ ਕਰਨਾ ਹੈ। ਮਹਾਰਾਜ ਦ੍ਰਿਸ਼ਟਾਂਤ ਦਿੰਦੇ ਕਹਿੰਦੇ ਜਿਵੇਂ ਨਦੀ ਦੇ ਜਿਹੜੀ ਨੌਕਾ ਹੈ, ਬੇੜੀ ਹੈ, ਉਹ ਕਹਿੰਦੇ ਬੜੀ ਲੋਕਾਂ ਨਾਲ ਭਰੀ ਹੁੰਦੀ ਹੈ। ਚਤਰੰਗਲ ਜਲ ਵਹਿਰ ਨਿਹਰੀਅਤ, ਜਿਹੜੀ ਬੇੜੀ ਹੈ ਨਾ, ਉਹ ਕੋਈ 4 ਕੁੰਗਲਾਂ ਪਾਣੀ ਤੋਂ ਉੱਪਰ ਰਹਿੰਦੀ ਹੈ ਤੇ ਉਹ ਪਾਰ ਲੰਘ ਜਾਂਦੀ ਹੈ, ਅਸੀਂ ਦੇਖਦੇ ਹੀ ਹੈ। ਭਲੀ ਭਾਂਤ ਸੋ ਉਤਰਹਿ ਪਾਰ, ਲੋਕਾਂ ਨਾਲ ਭਰੀ ਹੋਈ ਜਿਹੜੀ ਬੇੜੀ ਹੈ, ਜੇ 4 ਉਂਗਲਾਂ ਪਾਣੀ ਤੋਂ ਉੱਪਰ ਰਹੇ, ਚੰਗੀ ਤਰ੍ਹਾਂ ਉਹ ਪਾਰ ਯਾਨੀ ਸਹੀ ਸਲਾਮਤ ਪਾਰ ਲੰਘ ਜਾਂਦੀ। ਤਿਮ ਜਗ ਕਾਰਜ ਕੇ ਵਿਵਹਾਰ, ਇਹ ਕਹਿੰਦੇ ਸੰਸਾਰ ਦੇ ਜਿਹੜੇ ਕਾਰਜ ਹੈ ਉਹ ਸੋਚ ਲਓ ਵੀ ਤੁਸੀਂ ਸਾਰੀ ਦਿਹਾੜੀ ਕਰੀ ਰਹੋ, ਜਿਵੇਂ ਬੇੜੀ ਸਾਰੀ ਹੇਠਾਂ ਪਾਣੀ ਵਿੱਚ ਹੁੰਦੀ ਹੈ, ਸਿਰਫ 4 ਕੁੰਗਲਾਂ ਬਾਹਰ ਹੁੰਦੀ ਹੈ। ਇਸ ਤਰ੍ਹਾਂ ਇਹ ਸਾਰਾ ਦਿਨ ਭਾਵੇਂ ਕੰਮ ਧੰਦਿਆਂ ਵਿੱਚ ਹੀ ਰਹੋ। ਨਿਸ ਦਿਨ ਕਰੋ ਧਰਮ ਕੀ ਕਿਰਤ, ਰਾਤ ਹੋਵੇ ਦਿਨ ਹੋਵੇ, ਜਦੋਂ ਵੀ ਕੋਈ ਕਰੋ ਧਰਮ ਦੀ ਕਿਰਤ ਕਰੋ। ਉਹਦੇ ਕੁਝ ਪਾਪ ਤੇ ਬੇਈਮਾਨੀ, ਝੂਠ ਮਾਨ ਤੋਂ ਠੱਗੀ ਨਾ ਹੋਵੇ। ਚਤਰ ਘਟੀ ਦੇਹ ਗੁਰ ਮਹਿ ਬਿਰਤ, ਫਿਰ ਵਿਚਾਰ ਘੜੀਆਂ ਮਨ ਦੀ ਬਿਰਤੀ ਜਿਹੜੀ ਉਹ ਗੁਰੂ ਮਹਾਰਾਜ ਦੇ ਵੱਲੋਂ ਦੇ ਦਿਓ। ਗੁਰੂ ਵੱਲੋਂ ਕਹਿੰਦੇ 4 ਘੜੀਆਂ ਦੇ ਦਿਓ, ਗੁਰਬਾਣੀ ਸੁਣੋ, ਕੀਰਤਨ ਸੁਣੋ ਜਾਂ ਆਪ ਕਰੋ। ਅਸ ਕਰਨੀ ਤਾ ਹੋਏ ਕਲਿਆਣ, ਇਸ ਤਰ੍ਹਾਂ ਦੀ ਜਦੋਂ ਤੁਸੀਂ ਕਰਨੀ ਕਮਾਈ ਕਰੋਗੇ ਫਿਰ ਤੁਹਾਡੀ ਕਲਿਆਣ ਹੋ ਜਾਵੇਗੀ। ਪ੍ਰਭੂ ਪ੍ਰਸੀਦਹਿ ਪ੍ਰੇਮ ਮਹਾਨ, ਕਹਿੰਦਾ ਗੁਰਬਾਣੀ ਦਾ ਨਾਲ ਪ੍ਰੇਮ ਦੇ ਕੇ ਪਰਮੇਸ਼ਰ ਬਹੁਤ ਪ੍ਰਸੰਨ ਹੋ ਜਾਏਗਾ। ਸਗਰੇ ਕਾਰਜ ਗੁਰੂ ਸਵਾਰੈ, ਫਿਰ ਬਾਕੀ ਜਿਹੜੇ ਘਰ ਦੇ ਜਿੰਨੇ ਕੰਮ ਹੈ ਉਹ ਗੁਰੂ ਕਹਿੰਦੇ ਕਿਰਪਾ ਕਰਕੇ ਤੁਹਾਡੇ ਸਵਾਰ ਦਊਗਾ, ਸਫਲੇ ਕਰ ਦਊਗਾ। ਹਾਲਤ ਪਾਲਤ ਮਹਿ ਕਬਹੁ ਨ ਹਾਰੈ, ਲੋਕ ਪਰਲੋਕ ਵਿੱਚ ਤੁਸੀਂ ਜਾਓਗੇ, ਮਨੁੱਖਾ ਜਨਮ ਦੀ ਬਾਜੀ ਨੂੰ ਹਾਰੋਗੇ ਨਹੀਂ ਹੈ।
ਜਿੱਤੋਗੇ ਫਤਿਹ ਕਰੋਗੇ ਮੋਰਚਾ। ਗੁਰੂ ਸ਼ਬਦ ਕੋ ਕਰਹੁ ਵਿਚਾਰਨ। ਇਹ ਤਿੰਨੇ ਜਾਣੇ ਰਲ ਮਿਲ ਕੇ ਗੁਰੂ ਦੇ ਸ਼ਬਦਾਂ ਦਾ ਵਿਚਾਰ ਕਰਿਆ ਕਰੋ। ਇਕ ਚਿਤ ਹੋਏ ਕਰ ਨਾਮ ਉਚਾਰਨ। ਇੱਕ ਚਿਤ ਹੋ ਕੇ ਕਾਗਰ ਚਿਤ ਹੋ ਕੇ ਨਾਮ ਦਾ ਵੀ ਉਚਾਰਨ ਕਰੋ, ਨਾਮ ਦਾ ਵੀ ਜਾਪ ਕਰਿਆ ਕਰੋ। ਸੁਨ ਉਪਦੇਸ਼ ਹਿਰਦੇ ਸ਼ੁਭ ਧਾਰਾ। ਇਹ ਤਿੰਨਾਂ ਨੇ ਗੁਰੂ ਮਹਾਰਾਜ ਦੇ ਮੁਖਾਰਬਿੰਦ ਤੋਂ ਉਪਦੇਸ਼ ਸੁਣ ਕੇ ਹਿਰਦੇ ਵਿੱਚ ਧਾਰ ਲਿਆ, ਹਿਰਦੇ ਵਿੱਚ ਵਸਾ ਲਿਆ। ਗੁਰ ਸਿੱਖ ਹੋਏ ਕਰ ਜਨਮ ਸੁਧਾਰਾ। ਗੁਰੂ ਕੇ ਸਿੱਖ ਹੋ ਕੇ ਸਿੱਖਿਆ ਮੰਨ ਕੇ ਮਨੁੱਖ ਜਨ ਨੂੰ ਸਵਾਰ ਲਿਆ ਹੈ। ਗੋਪੀ ਦੂਸਰ ਰਾਮਾ ਮਹਿਤਾ। ਹਾਂ ਭਾਈ ਗੋਪੀ ਸਿੱਖ, ਦੂਸਰਾ ਰਾਮਾ ਜੀ ਮਹਿਤੇ ਗੋਤ ਦਾ। ਮੋਹਨ ਮਲ ਅਮਰ ਕੇ ਸਹਿਤਾ। ਮੋਹਨ ਮਲ ਜੀ ਅਮਰ ਦੇ ਸਮੇਤ, ਸਿੱਖ ਦੇ ਸਮੇਤ। ਚਾਰੋਂ ਆਏ ਲਗੇ ਗੁਰ ਚਰਨੀ। ਚਾਰੇ ਜਿਹੜੇ ਹੈ ਮਹਾਰਾਜ ਗੁਰੂ ਅਮਰਦਾਸ ਸਾਹਿਬ ਦੇ ਚਰਨ ਸ਼ਰਨਾ ਲੱਗੇ। ਕਰ ਜੋਰਤ ਕਹਿ ਰਾਖੋ ਸ਼ਰਨੀ। ਹੱਥ ਜੋੜ ਕੇ ਕਹਿਣ ਲੱਗੇ ਮਹਾਰਾਜ ਸਾਨੂੰ ਚੌਹਾਂ ਨੂੰ ਆਪਣੀ ਚਰਨ ਸ਼ਨ ਵਿੱਚ ਰੱਖੋ ਜੀ। ਬਿਰਦ ਗਰੀਬ ਨਿਵਾਜ ਤੁਮਾਰਾ। ਕਿ ਗਰੀਬਾਂ ਨੂੰ ਨਵਾਜਣਾ ਵਡਿਆਉਣਾ ਇਹ ਤੁਹਾਡਾ ਮਾੜਾ ਬਿਰਦ ਹੈ, ਪਰ ਨਾ ਨਿਯਮ ਹੈ। ਉਪਦੇਸ਼ੋ ਜਿਮ ਹੋਏ ਉਧਾਰਾ। ਇਸ ਤਰ੍ਹਾਂ ਸਾਡਾ ਚੌਹਾਂ ਦਾ ਉਧਾਰ ਹੋ ਜਾਏ, ਉਸ ਤਰ੍ਹਾਂ ਦਾ ਉਪਦੇਸ਼ ਵੀ ਸਾਨੂੰ ਦੇਵੋ। ਸ੍ਰੀ ਗੁਰ ਅਮਰਦਾਸ ਤਬ ਕਹਿਓ। ਉਸ ਵੇਲੇ ਚੌਹਾਂ ਦੀ ਬੇਨਤੀ ਸੁਣ ਕੇ ਗੁਰੂ ਅਮਰਦਾਸ ਸਾਹਿਬ ਜੀ ਨੇ ਤਦੋਂ ਆਖਿਆ, ਹਉਮੈ ਕਰ ਬੰਧਨ ਕੋ ਲਹਿਓ। ਕਹਿੰਦੇ ਜਿਹੜਾ ਇਹ ਹਉਮੈ ਹੈ ਨਾ, ਮੈਂ ਮੇਰੀ ਇਹਦੇ ਕਰਕੇ ਮਨੁੱਖ ਕਹਿੰਦੇ ਜਿਹੜੇ ਮੋਹ ਮਮਤਾ ਦੇ ਬੰਧਨ ਹੈ ਉਹ ਲੈਂਦਾ ਹੈ। ਇਹ ਮੋਹ ਮਮਤਾ ਕਰਕੇ ਪਕੜਿਆ ਜਾਂਦਾ, ਫਸ ਜਾਂਦਾ ਹੈ। ਇਸ ਤੇ ਇਮਕਾ ਦੇਹ ਤਿਆਗੇ। ਇਸ ਤੇ ਇਨਕੋ ਦੇਹੋ ਤਿਆਗੋ। ਇਸ ਕਰਕੇ ਵੀ ਇਹਨਾਂ ਨੂੰ ਇਹ ਜਿਹੜੀ ਹਉਮੈ ਹੈ ਨਾ, ਇਹਨੂੰ ਤੁਸੀਂ ਛੱਡ ਦੇਵੋ। ਜਪ ਹੋ ਨਾਮ ਲਹੂ ਸੁਖ ਵੱਡ ਭਾਗੇ। ਲਹੋ ਸੁਖ ਵੱਡ ਭਾਗੇ। ਵੱਡੇ ਭਾਗਾਂ ਵਾਲਿਓ, ਨਾਮ ਜਪ ਕੇ ਫਿਰ ਤੂੰ ਆਤਮ ਸੁਖ ਲਓ। ਸੁਨ ਉਪਦੇਸ਼ ਕਰਨ ਸੋ ਲਾਗੇ। ਗੁਰੂ ਮਹਾਰਾਜ ਦਾ ਉਪਦੇਸ਼ ਸੁਣ ਕੇ ਉਸੇ ਤਰ੍ਹਾਂ ਇਹ ਚਾਰੇ ਸਿੱਖ ਕਰਨ ਲੱਗ ਪਏ ਹਨ। ਭੇ ਨਿਹਾਲ ਆਤਮ ਰਸ ਪਾਗੇ। ਨਜ਼ਰੀ ਨਜ਼ਰ ਨਿਹਾਲ ਹੋ ਗਏ, ਆਤਮ ਰੰਗ ਵਿੱਚ ਰੰਗੇ ਗਏ ਹਨ। ਇਤ ਸਿੱਖ ਬਾਹਿਜ ਧਰਮਾ ਨਾਮ। ਇਤ ਇੱਕ ਸਿੱਖ, ਇੱਕ ਸਿੱਖ ਬਹਿਜ ਬਾਹਜ ਬੈਂਸਾਂ ਦੇ ਵਿੱਚੋਂ ਸੀ, ਕਤਰੀਆਂ ਵਿੱਚੋਂ ਸੀ, ਧਰਮਾ ਇਹਦਾ ਨਾਮ ਸੀ। ਤਖਿਅਰ ਗੋਤ ਬ੍ਰਾਹਮਪੁਰ ਧਾਮ। ਤਖਰੇ ਦਾ ਗੋਰ ਸੀ, ਬ੍ਰਾਹਮਪੁਰੇ ਦੇ ਘਰ ਸਨ, ਬ੍ਰਾਹਮਪੁਰ ਨਗਰ ਦਾ ਵਾਸੀ ਸੀ। ਆਇਓ ਸ੍ਰੀ ਗੁਰ ਕੇ ਦਰਬਾਰ। ਇਸ ਤਰ੍ਹਾਂ ਗੁਰੂ ਮਹਾਰਾਜ ਦੇ ਦਰਬਾਰ ਵਿੱਚ ਹੀ ਆਇਆ ਹੈ। ਕਰਤ ਭਇਓ ਲੰਗਰ ਕੀ ਕਾਰ। ਆ ਕੇ ਗੁਰੂ ਘਰ ਦੇ ਜਿਹੜੀ ਲੰਗਰ ਦੀ ਸੇਵਾ ਇਹ ਕਰਨ ਲੱਗ ਪਿਆ ਹੈ। ਕਲਸਾ ਨਿਸ ਦਿਨ ਸਿਰ ਪਰ ਧਰੈ। ਹਮੇਸ਼ਾ ਇਹ ਜਿਹੜਾ ਗੁਰਸਿੱਖ ਹੈ ਘੜਾ ਆਪਣੇ ਸੀਸ ਉੱਪਰੀ ਰੱਖਦਾ ਹੈ। ਵਿਪਾਸਾ ਤੇ ਲਿਆਵਨ ਕਰੈ। ਕਿਉਂਕਿ ਲੰਗਰ ਲਵੇ ਇਸ ਤਰ੍ਹਾਂ ਬਿਆਸਾ ਨਦੀ ਤੋਂ ਘੜਾ ਭਰ ਕੇ ਜਲ ਦਾ ਲਿਆਉਣਾ ਕਰਦਾ ਹੈ। ਟੋਟ ਨ ਦੇਬੇ ਦੇ ਕਬ ਪਾਨੀ। ਗੁਰੂ ਕੇ ਲੰਗਰ ਵਿੱਚ ਜਲਦੀ ਹੈ, ਕਿਤੇ ਘਾਟ ਨਹੀਂ ਆਉਣ ਦਿੰਦਾ ਹੈ। ਭਿਖ ਸ੍ਰੀ ਗੁਰ ਸੇਵਾ ਨਿਰਮਾਨੀ। ਗੁਰੂ ਮਹਾਰਾਜ ਜੀ ਨੇ ਐਸੀ ਮਾਣ ਤੋਂ ਰਹਿ ਸੇਵਾ ਦੇਖ ਕਹਿਓ ਕਿ ਤੇਰੀ ਪੂਰਨ ਕਾਲ। ਗੁਰੂ ਮਹਾਰਾਜ ਕਹਿੰਦੇ ਵੀ ਗੁਰਸਿੱਖਾ ਤੇਰੀ ਘਾਲਣਾ ਕਮਾਈ ਅੱਜ ਪੂਰੀ ਸਫਲ ਹੋ ਗਈ ਹੈ। ਕਰ ਉਪਦੇਸ਼ ਜਾਹ ਸੁਖ ਨਾਲ। ਤੂੰ ਵੀ ਅੱਗੇ ਉਪਦੇਸ਼ ਦਿਆ ਕਰ ਲੋਕਾਂ ਨੂੰ, ਤੇ ਸੁਖ ਨਾਲ ਤੂੰ ਘਰ ਵੱਲ ਨੂੰ ਜਾ। ਹੁਣ 1 ਮੰਜੀ ਦੀਨ ਦਿਆਲ। ਕਵੀ ਜੀ ਕਹਿੰਦੇ ਉਹ 11ਵੀਂ ਸਿੱਖੀ ਦੇ ਪ੍ਰਚਾਰ ਲਈ ਜਿਹੜੀ ਮੰਜੀ ਹੈ, ਗਰੀਬਾਂ ਨੂੰ ਨਵਾਜਣ ਵਾਲੇ
ਹੋਏ ਸਤਿਗੁਰਾਂ ਨੇ ਇਹ ਸਿੱਖ ਨੂੰ ਬਖਸ਼ੀ ਹੈ। ਧਰਮਾ ਕੀਨ ਨਿਹਾਲ ਵਿਸਾਲ, ਧਰਮਾ ਨਾਮ ਦਾ ਜਿਹੜਾ ਸਿੱਖ ਹੈ ਇਸ ਨੂੰ ਨਜ਼ਰੀ ਨਿਹਾਲ ਸਤਿਗੁਰਾਂ ਨੇ ਕਰ ਦਿੱਤਾ ਹੈ। ਦੋਹਰਾ ਪ੍ਰੇਮ ਹਰੀ ਸੁਨ ਕਾਨ ਦੈ, ਸੰਤ ਰੇਣ ਕਵੀ ਕਹਿੰਦਾ ਹੈ ਵੀ ਸਰੋਤੇ ਹੈ ਵੀ ਛੋਟੇ ਗੁਰ ਭਾਈ ਪ੍ਰੇਮ ਸਿੰਘ ਕੰਨ ਦੇ ਕੇ ਜਾਨੀ ਧਿਆਨ ਦੇ ਕੇ ਸੁਣ। ਭਈ ਕਥਾ ਜਸ ਆਨ, ਇਸ ਤਰ੍ਹਾਂ ਕਹਿੰਦੇ ਹੋਰ ਇੱਕ ਕਥਾ ਹੋਈ ਹੈ। ਰਾਮਦਾਸ ਚਤਰਥ ਗੁਰੂ, ਜਿਹੜੇ ਚੌਥੇ ਪਾਤਸ਼ਾਹ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਹੈ। ਜਸ ਭਵ ਲੀਨ ਜਹਾਨ, ਜਿਸ ਤਰ੍ਹਾਂ ਉਹਨਾਂ ਨੇ ਸੰਸਾਰ ਦੇ ਵਿੱਚ ਅਵਤਾਰ ਧਾਰਿਆ ਕਹਿੰਦੇ ਉਹ ਪ੍ਰਸੰਗ ਤੈਨੂੰ ਸੁਣਾਉਣੇ ਆ ਹੁਣ। ਚੌਪਈ ਲਵਪੁਰ ਚੂਨੀ ਮੰਡੀ ਭਾਰੀ, ਜਿਵੇਂ ਪ੍ਰੇਮ ਸਿੰਘ ਲਾਹੌਰ ਸ਼ਹਿਰ ਦੇ ਵਿੱਚ ਇੱਕ ਤਕੜੀ ਚੂਨਾ ਮੰਡੀ ਹੈ। ਸੋਡ ਸੁਬੰਸ ਰਹਿ ਉਜਿਆਰੇ, ਉੱਥੇ ਸੋਢੀਆਂ ਦੀ ਬੰਸ ਬਹੁਤ ਪ੍ਰਗਟ ਮਸ਼ਹੂਰ ਰਹਿ ਰਹੀ ਸੀ। ਤਾ ਮਹਿ ਸ੍ਰੀ ਬਾਬਾ ਹਰਦਾਸ, ਸੋਢੀਆਂ ਦੀ ਬੰਸ ਦੇ ਵਿੱਚੋਂ ਸੁਭਾਏਮਾਨ ਬਜ਼ੁਰਗ ਹਰਦਾਸ ਜੀ ਨਾਮ ਦੇ ਸਨ। ਦਾਰਾ ਦਇਆਵਤੀ ਤਹਿ ਖਾਸ, ਉਹਦੇ ਘਰ ਦੇ ਵਿੱਚ ਵਿਸ਼ੇਸ਼ ਕਰਕੇ ਖਾਸ ਕਰਕੇ ਦਇਆ ਕੌਰ ਨਾਮ ਦੀ ਪਤਨੀ ਹੈ ਸੀ। ਸੰਮਤ 55 ਨਾਨਕ ਸ਼ਾਹੀ, ਜਦੋਂ 55 ਨਾਨਕ ਸ਼ਾਹੀ ਸੰਮਤ ਹੈ ਸੀ। ਕਤਕ ਵਦੀ ਦੂਜ ਤਬ ਆਹੀ, ਕਤਕ ਦੀ ਹਨੇਰ ਪੱਖ ਦੀ ਦੂਜ ਛੱਤੀ ਤਦੋਂ ਹੈ। ਅੰਮ੍ਰਿਤ ਵੇਲਾ ਬ੍ਰਹਸਪਤ ਵਾਰਾ, ਅੰਮ੍ਰਿਤ ਵੇਲਾ ਸੀ ਤੇ ਵੀਰਵਾਰ ਦਿਨ ਹੈ ਸੀ। ਜਨਮੇ ਰਾਮਦਾਸ ਸੁਖ ਸਾਰਾ, ਇਹ ਹਰਦਾਸ ਜੀ ਦੇ ਘਰ ਦਇਆ ਕੌਰ ਦੇ ਉਦਰ ਤੋਂ ਗੁਰੂ ਰਾਮਦਾਸ ਸਾਹਿਬ ਜੋ ਸਾਰੇ ਸੁਖ ਬਖਸ਼ਣ ਵਾਲੇ ਉਹਨਾਂ ਨੇ ਅਵਤਾਰ ਧਾਰਿਆ। ਸਭ ਪੁਰ ਹਰਖ ਅਚਾਨਕ ਲਹਿਓ, ਜਦੋਂ ਇਸ ਤਰ੍ਹਾਂ ਗੁਰੂ ਰਾਮਦਾਸ ਸਾਹਿਬ ਜੀ ਨੇ ਸ਼ਹਿਰ ਦੇ ਵਿੱਚ ਅਵਤਾਰ ਧਾਰਿਆ ਸਾਰੇ ਸ਼ਹਿਰ ਨੇ ਅਚਨਚੇਤ ਹੀ ਬੜਾ ਭਾਰੀ ਕਹਿੰਦੇ ਆਨੰਦ ਲਿਆ। ਜਿਸ ਆਨੰਦ ਕੋ ਜਾਤ ਨ ਕਹਿਓ, ਇਸ ਆਨੰਦ ਨੂੰ ਜੋ ਲੋਕਾਂ ਨੂੰ ਹੋਇਆ ਕਵੀ ਕਹਿੰਦਾ ਮੈਥੋਂ ਆਖਿਆ ਨਹੀਂ ਜਾ ਸਕਦਾ ਹੈ। ਦੀਨ ਦਾਨ ਬਹੁਤ ਅਬ ਹਰਦਾਸ, ਜਦੋਂ ਹਰਦਾਸ ਇਹਨਾਂ ਦੇ ਪਿਤਾ ਨੇ ਬਹੁਤਾ ਦਾਨ ਦਿੱਤਾ ਲੋਕਾਂ ਨੂੰ। ਪੁੱਤਰ ਜਨਮ ਭੀ ਪੂਰਨ ਆਸ, ਇਸ ਤਰ੍ਹਾਂ ਪੁੱਤਰ ਦੇ ਜਨਮ ਹੋ ਕਰਕੇ ਜਿਹੜੀ ਆਸਾ ਸੀ ਇਹਦੀ ਪੂਰੀ ਹੋ ਗਈ ਹੈ। ਸਨੇ ਸਨੇ ਭੇ ਵੱਡੇ ਕਿਰਪਾਲਾ, ਗੁਰੂ ਰਾਮਦਾਸ ਸਾਹਿਬ ਦਿਆਲੂ ਕਿਰਪਾਲੂ ਹੌਲੀ ਹੌਲੀ ਉਮਰ ਕਰਕੇ ਵੱਡੇ ਹੋ ਗਏ। ਬੁੱਧ ਬਿਲੰਦ ਨਿਕੰਦਨ ਕਾਲਾ, ਇਹਨਾਂ ਦੀ ਅਕਲ ਬੁੱਧ ਮਹਾਨ ਹੈ। ਇਸ ਤਰ੍ਹਾਂ ਕਾਲ ਨੂੰ ਵੀ ਸਮੇਂ ਨੂੰ ਕੱਟਣ ਵਾਲੇ। ਸੰਮਤ 68 ਨਾਨਕ ਸ਼ਾਹੇ, ਜਦੋਂ ਕਹਿੰਦੇ 68 ਇਸ ਤਰ੍ਹਾਂ ਨਾਨਕ ਸ਼ਾਹੀ ਸੰਮਤ ਹੈ ਸੀ। ਖੋੜ ਸਫਾਗਨ ਕੇ ਦਿਨ ਮਾਹੇ, ਇਹ 16 ਫਗਣ ਦਿਨ ਗਿਆ ਹੋਇਆ ਸੀ। ਬਾਸਰ ਕੇ ਭੱਲਿਅਨ ਕੀ ਬੰਸ, ਬਾਸਰ ਕੇ ਪਿੰਡ ਭੱਲਿਆਂ ਦੀ ਬੰਸ ਵਿੱਚ ਜੋ ਅਬ ਤੀਸਰ ਗੁਰ ਅਵਤੰਸ਼, ਇਹ ਪ੍ਰੇਮ ਸਿੰਘ ਜੀ ਹੁਣ ਤੀਸਰੇ ਗੁਰੂ ਅਮਰਦਾਸ ਸਾਹਿਬ ਜੀ ਉਹ ਇਸ ਤਰ੍ਹਾਂ ਗੁਰੂ ਨਾਨਕ ਦੀ ਗੱਦੀ ਦੇ ਅਵਤੰਸ਼ ਹੈ। ਸਰਮੁਕਟ ਹੈ ਸ਼੍ਰੋਮਣੀ ਹੈ। ਇਨ ਪੁੱਤਰੀ ਸ੍ਰੀ ਭਾਨੀ ਜੋਏ, ਜੋ ਗੁਰੂ ਅਮਰਦਾਸ ਸਾਹਿਬ ਦੀ ਸਪੁੱਤਰੀ ਬੀਬੀ ਭਾਨੀ ਕਰਕੇ ਸੀ। ਰਾਮਦਾਸ ਸ੍ਰੀ ਵਿਆਹੀ ਸੋਏ, ਰਾਮਦਾਸ ਜੀ ਦੇ ਨਾਲ ਇਹਨਾਂ ਦੀ ਸ਼ਾਦੀ ਹੋਈ ਸੀ। ਦੋਹਰਾ ਵਿਆਹ ਕਥਾ ਕਛ ਪ੍ਰਥਮ ਭੀ, ਕਹਿੰਦੇ ਵਿਆਹ ਦੀ ਜਿਹੜੀ ਕਥਾ ਥੋੜੀ ਪਹਿਲਾਂ ਵੀ ਆਖੀ ਹੈ। ਤਨਕ ਮਾਤਰ ਕਹਿਆ, ਇਸ ਤਰ੍ਹਾਂ ਕਹਿੰਦੇ ਪਿੱਛੇ ਥੋੜੇ ਮਾਤਰ ਇਸ਼ਾਰੇ ਮਾਤਰ ਸੀ ਕਹਿ ਵੀ ਆਏ ਹੈ। ਆਗੇ ਭੀ ਯਸ ਵਿਦ ਸਕਲ, ਅੱਗੇ ਜਿਵੇਂ ਸਾਰੀ ਵਿਆਹ ਤੋਂ ਬਾਅਦ ਹੋਈ ਹੈ ਉਹ ਸਾਰੀ ਕਹਿੰਦੇ। ਸੁਨ ਸਰੋਤਾ ਚਿਤ ਲਾ, ਐਵੇਂ ਪ੍ਰੇਮ ਸਿੰਘ ਸਰੋਤਾ ਤੂੰ ਚਿਤ ਲਾ ਕੇ ਇਕਾਗਰ ਚਿਤ ਹੋ ਕੇ ਸੁਣਾ। ਚੌਪਈ ਸੰਮਤ 79 ਅਸੂ ਮਾਹ, ਜਦੋਂ ਕਹਿੰਦੇ ਨਾਨਕ ਸ਼ਾਹੀ 79 ਸੰਮਤ ਹੈ ਸੀ। ਅਸੂ ਦਾ ਮਹੀਨਾ ਹੈ ਸੀ। ਜਨਮਿਓ ਸਾਹਿਬ ਜਾਦਾ ਆਹੇ, ਇਸ ਤਰ੍ਹਾਂ ਕਹਿੰਦੇ ਬੀਬੀ ਭਾਨੀ ਦੇ ਉਦਰ ਤੋਂ ਸਾਹਿਬਜ਼ਾਦੇ
राजे ने जन्म लिया। पृथ्वी चंद तह नाम तरायो। और रामदास साहब जी ने विचार करके उस बड़े पुत्र का नाम पृथ्वी चंद करके रखिया। पालियो सब विद आनंद बढ़ायो। माता भानी ने पालिया है, सब तरह करके बड़ा आनंद बढ़ाया है। पुनः 82 सम्मत थायो। फिर जदों नानक शाही 82 सम्मत है सी। हाड़ 4 दिन ऊपर आयो। हाड़ दा महीना 4 दिन होया सी। जन्मियो महादेव सुत दुआ। माता भानी जी अगर राही दूजा पुत्र महादेव करके पैदा होया। बड़ा भयो अवधूत जो हुआ। कहते बहुत बड़ा बरकती होया, साधु रूप सुभाव वाला होया है। इत श्री अमर पाए गुर गादी। इधर गुरु अमरदास साहब जी ने गुरता गदी दा तख्त पा के गोंदवाल आकीन आबादी। मंगल साहब महाराज की आग्ञा नाल खडूर तो चलदियां गोविंदवाल नूं वापस कहते अवाल कीता बसाया। भानी तातन सो रामदास। इधर वीर बीबी भानी अपने पुत्रां दे समेत अपने पति रामदास समेत मिलन आए श्री सतगुर पास। एक बारी गुरु अमरदास साहब महाराज नूं मिलण जुलण आए सन। जिनके भाग पुरबले जागे। इस दोहां जियां दे चंगे कोई पिछले भाग जाग पए। अस दंपत गुर सेवा लागे। ऐसे दोवें जी बीबी भानी रामदास साहब जी गुरु अमरदास साहब जी की सेवा विच लग गए। रहन लगे पुन सतगुर पास। लाहौर छड़ के गुरु अमरदास साहब जी के पास श्री गोविंदवाल साहब की दोवें रहन लग पे। रैन दिवस एक सेवा आस। रात होवे दिन होवे पर सिर्फ एक महाराज की सेवा की चाहना है भी करी जाइए। सम्मत 84 जब थयो। जदों कहते नानक शाही सम्मत 84 शुरू होया। सप्तम बदी विसाख सो लयो। हाँ, विसाख दे महीने दी 7वीं हनेर दी पख दी थित है सी आई। मेघ प्रविष्ठे 8-10 केरा। विसाख दे महीना दा कहते 18वां दिन चढ़िया। मंगलवार लगन शुभ हेरा। मंगलवार दा दिन सी चंगा कहते लगन है सी। जगमंग जाम जामनी तबे। जदों कहते संसार दे विच कोई पहर रात बाकी रह गई सी। हुतो नक्षत्र रोहनी तबे। ਜਿਹੜੇ 27 ਨਛੱਤਰ ਉਹਨਾਂ ਦੇ ਵਿੱਚੋਂ ਕਹਿੰਦੇ ਰੋਹਣੀ ਨਛੱਤਰ ਹੈ ਸੀ ਉਸ ਸਮੇਂ। श्री गुरु अर्जन कुल नभ चंद। ਸਵਾਏ ਮਾਨ ਗੁਰੂ ਅਰਜਨ ਦੇਵ ਜੀ ਜੋ ਇੱਕ ਸੋਢ ਕੁਲ ਦੇ ਆਕਾਸ਼ ਦੇ ਚੰਦਰਮਾ ਵਾਂਗ लीनो जन्म आनंद बिलंद। ਇਹਨਾਂ ਨੇ ਸੰਸਾਰ ਵਿੱਚ ਤਾਰ ਧਾਰਿਆ, ਬੜਾ ਭਾਰੀ ਆਨੰਦ ਹੋਇਆ ਉਸ ਵੇਲੇ। कर उत्साह पिता पुन नाना। ਪਿਤਾ ਗੁਰੂ ਰਾਮਦਾਸ ਸਾਹਿਬ ਜੀ ਨੇ ਇਹਨਾਂ ਦੇ ਪੈਦਾ ਹੋਣ ਤੋਂ ਤਰ੍ਹਾਂ ਦਾ ਉਤਸ਼ਾਹ ਕੀਤਾ ਹੈ। पुन नाना उपजो बाणी केर खजाना। ਲੀਨੋ ਕਰ ਉਤਸ਼ਾਹ पिता पुन नाना। ਉਤਸ਼ਾਹ ਪਿਤਾ ਨੇ ਵੀ ਕੀਤਾ ਤੇ ਨਾਨਾ ਗੁਰੂ ਅਮਰਦਾਸ ਸਾਹਿਬ ਜੀ ਨੇ ਵੀ ਉਤਸ਼ਾਹ ਕੀਤਾ ਹੈ। उपजो बाणी केर खजाना। ਕਿ ਵੀ ਇਹ ਜਿਹੜੇ तीसरे साहिबजादे हुए तो बड़ानी के खजाना पैदा हो गए है। सदन नानके भये बडेरे। गुरु अर्जन देव जी अपने नानके घर गोविंदवाल विखे उम्र करके बड़े हुए। बाल अवस्था तेज बडेरे। बालक उमरा विच ही बड़े तेज सियाने है। एक दिवस श्री अर्जन लग बै। एक दिन दी गल है, छोटी उम्र दे विच गुरु अर्जन देव जी महाराज खेलत अजर बिखे इत उत हुए। बेड़े विच इधर उधर फिरदे हुए खेल कर रहे सन। बालक गुर टिग जाए न को। गुरु अमरदास साहब जी की हजूरी विच कोई बाल कमरा वाला बच्चा नेड़े नहीं जांदा सी। परजे हुते प्रथम ही सो। महाराज ने पहला कहे कि सारे नूं रोकिया सी बालक साडे कोल ना आवे। तब श्री अर्जन सहज सुभाए।
ਇਧਰ ਵਿੱਚ ਵੇੜਦੇ ਵਿੱਚ ਖੇਲਦੇ ਖੇਲਦੇ ਸ੍ਰੀ ਅਰਜਨ ਦੇਵ ਮਹਾਰਾਜ ਬਾਲਕ ਸੁਭਾਅ ਵਿੱਚ ਸਹਿਜੇ ਸੁਭਾਈ। ਜਨਨੀ ਪਿਤ ਕੇ ਗ੍ਰਹਿ ਦਿਸ਼ ਜਾਏ। ਇੱਥੇ ਆਪਣੀ ਮਾਤਾ ਦਾ ਪਿਤਾ ਦਾ ਘਰ ਹੈ, ਭਾਵ ਗੁਰੂ ਅਮਰਦਾਸ ਸਾਹਿਬ ਜੀ ਦਾ ਸਥਾਨ ਹੈ, ਉਸ ਤਰਫ ਨੂੰ ਜਾ ਰਹੇ ਹੈ। ਅੰਤਰ ਪ੍ਰਵੇਸ਼ੇ ਤਹ ਲੱਗ ਗਏ। ਗੁਰੂ ਅਮਰਦਾਸ ਸਾਹਿਬ ਜੀ ਦੇ ਘਰ ਦੇ ਅੰਦਰ ਪ੍ਰਵੇਸ਼ ਹੋ ਗਏ, ਉੱਥੋਂ ਤੱਕ ਚਲੇ ਗਏ। ਗੁਰ ਪਰਿਅੰਕ ਪਰ ਜਹ ਥਿਤ ਥਏ। ਗੁਰੂ ਅਮਰਦਾਸ ਸਾਹਿਬ ਜੀ ਨਾਨਾ ਗੁਰੂ ਪਣਗ ਉੱਪਰ ਸਥਿਤ ਹੋਏ ਸੀ, ਬੈਠੇ ਹੋਏ ਸੀ। ਪੌੜਨ ਸਮੋ ਹੁਤੇ ਸਭ ਜਾਨਾ। ਇਧਰ ਸਾਰਿਆਂ ਗੁਰਸਿੱਖਾਂ ਨੇ ਜਾਣਿਆ ਸੀ ਵੀ ਗੁਰੂ ਅਮਰਦਾਸ ਸਾਹਿਬ ਜੀ ਦਾ ਹੁਣ ਪਣਗ ਉੱਪਰ ਵਿਰਾਜਣ ਦਾ ਸਮਾਂ ਹੋਇਆ ਹੈ। ਸੇਵਕ ਨਿਕਟ ਨਾ ਥੋ ਤਿਸ ਸਥਾਨਾ। ਇਸ ਕਰਕੇ ਕੋਈ ਵੀ ਸਿੱਖ ਸੇਵਕ ਉਸ ਸਥਾਨ ਤੇ ਹੈ ਨਹੀਂ ਸੀ। ਮਾਈ ਨੇ ਸੁਤ ਜਾਤ ਨਿਹਾਰਾ। ਇਧਰ ਮਾਤਾ ਭਾਨੀ ਨੇ ਆਪਣਾ ਪੁੱਤਰ ਗੁਰੂ ਅਰਜਨ ਗੁਰੂ ਅਮਰਦਾਸ ਸਾਹਿਬ ਜੀ ਵੱਲ ਨੂੰ ਜਾਂਦਾ ਦੇਖਿਆ ਹੈ। ਧਾਈ ਗਹਿਨ ਹੇਤ ਡਰ ਧਾਰਾ। ਦੇਵ ਡਰ ਜਾ ਧਾਰ ਕੇ ਪਕੜਨ ਵਾਸਤੇ ਦੌੜੀ ਪਿੱਛੇ ਨੂੰ। ਖੇਲਤ ਲੱਗੀ ਦੇਹ ਬਹੁ ਮਾਟੀ। ਇਧਰ ਗੁਰੂ ਅਰਜਨ ਦੇਵ ਮਹਾਰਾਜ ਬਾਲਕ ਰੂਪ ਵਿੱਚ ਖੇਲਦਿਆਂ ਹੋਇਆ ਦੇਹ ਨੂੰ ਬੜਾ ਮਿੱਟੀ ਘੱਟਾ ਜਾ ਲੱਗਿਆ ਹੋਇਆ। ਠੰਡ ਰਹੇ ਪਲੰਗ ਕੀ ਪਾਟੀ। ਬਾਹੀ ਜੀ ਪਣਗ ਦੀ ਫੜ ਕੇ ਆਪ ਖੜਿਆ ਹੋ ਰਹੇ। ਗਹਿਨ ਹੇਤ ਤਬ ਨਿਕਟ ਸਿਧਾਰੀ। ਇਧਰ ਮਾਤਾ ਜੀ ਪਕੜਨ ਵਾਸਤੇ ਤਦੋਂ ਪੁੱਤਰ ਦੇ ਨੇੜੇ ਚਲੀ ਗਈ। ਪਿਕ ਕਿਰਪਾਲ ਨੇ ਗੇਰਾ ਉਚਾਰੀ। ਦਇਆਲੂ ਕਿਰਪਾਲੂ ਗੁਰੂ ਅਮਰਦਾਸ ਸਾਹਿਬ ਜੀ ਨੇ ਵੇਖ ਕੇ ਇਸ ਤਰ੍ਹਾਂ ਆਪਣੀ ਪੁੱਤਰੀ ਭਾਨੀ ਨੂੰ ਕਿਹਾ ਹੈ। ਨਹਿ ਲੈ ਜਾਹੋ ਰਹਿਨ ਦੇਹੁ ਖਰਿਓ। ਇਹ ਪੁੱਤਰ ਹੈ ਪੁੱਤਰੀ ਨੂੰ ਨਾ ਲੈ ਕੇ ਜਾ, ਇਹਨਾਂ ਨੂੰ ਇੱਥੇ ਖੜਾ ਰਹਿਣ ਦੇ। ਜੁਗ ਕਰ ਸੋ ਗੁਰ ਗਹਿਬੋ ਕਰਿਓ। ਇਧਰ ਗੁਰੂ ਅਰਜਨ ਦੇ ਬਾਲਕ ਰੂਪ ਦੇ ਵਿੱਚ ਦੋਵਾਂ ਹੱਥਾਂ ਨਾਲ ਇਸ ਤਰ੍ਹਾਂ ਕਹਿੰਦੇ ਉਹ ਬਾਹੀ ਜੀ ਫੜੀ ਗੁਰੂ ਅਮਰਦਾਸ ਜੀ ਨੇ ਇਹਨਾਂ ਨੂੰ ਫੜਿਆ ਹੈ। ਉਪਰ ਕੋ ਉਠਾਏ ਤਬ ਲਹਿਓ। ਦੋਵਾਂ ਹੱਥਾਂ ਨਾਲ ਫੜ ਕੇ ਜਦੋਂ ਉੱਪਰ ਨੂੰ ਚੁੱਕਿਆ ਹੈ। ਗਵਰ ਭਾਰ ਲਖ ਸ੍ਰੀ ਗੁਰ ਕਹਿਓ। ਗੁਰੂ ਅਰਜਨ ਦੇਵ ਮਹਾਰਾਜ ਬਾਲਕ ਰੂਪ ਵਿੱਚ ਸਰੀਰ ਦਾ ਬੜਾ ਭਾਰ ਹੈ। ਇਸ ਤਰ੍ਹਾਂ ਜਾਣ ਕੇ ਗੁਰੂ ਅਮਰਦਾਸ ਸਾਹਿਬ ਨਾਨੇ ਗੁਰੂ ਜੀ ਨੇ ਕਿਹਾ ਮੁਖੋਂ, ਭਾਰੀ ਗੁਰ ਜਗ ਮੈਂ ਬਿਦ ਤੈ ਹੈ। ਇਹ ਪੁੱਤਰੀ ਭਾਨੀ, ਇਹ ਜਿਹੜੇ ਤੇਰੇ ਪੁੱਤਰ ਹੈ ਭਾਰੀ ਗੁਰੂ ਸੰਸਾਰ ਦੇ ਵਿੱਚ ਹੋ ਕੇ ਪ੍ਰਗਟ ਹੋਣਗੇ। ਬਾਣੀ ਕੋ ਬੋਹਿਤ ਵੱਡ ਹੋਇਆ ਹੈ। ਇਹ ਗੁਰਬਾਣੀ ਦਾ ਬੜਾ ਭਾਰੀ ਹੈ, ਕਹਿੰਦੇ ਜਹਾਜ਼ ਖਜ਼ਾਨਾ ਹੋਵੇਗਾ। ਤਬ ਸ੍ਰੀ ਅਰਜਨ ਚਰਨ ਉਠਾਇਵ। ਉਸ ਵੇਲੇ ਗੁਰੂ ਅਰਜਨ ਦੇ ਬਾਲਕ ਰੂਪ ਦੇ ਵਿੱਚ ਆਪਣਾ ਜਿਹੜਾ ਪਵਿੱਤਰ ਚਰਨ ਤਾਂ ਨੂੰ ਚੁੱਕ ਰਹੇ। ਉਪਰ ਧਰਨ ਪ੍ਰਿਅੰਕ ਲੁਭਾਇਵ। ਅਸੀਂ ਇਹ ਜਿਹੜਾ ਮਹਾਰਾਜ ਦਾ ਪਣਗ ਹੈ ਉਹਦੇ ਉੱਪਰ ਰੱਖ ਲਈਏ, ਚੜ ਜਾਈਏ, ਪਣਗ ਦੇ ਗੋਦ ਵਿੱਚ ਜਾ ਬੈਠੀਏ, ਇਸ ਤਰ੍ਹਾਂ ਚਾਹੁੰਦੇ। ਗੁਰੂ ਦੇਖ ਕਰ ਬਾਕ ਬਖਾਨੇ। ਨਾਨੇ ਗੁਰੂ ਮਹਾਰਾਜ ਨੇ ਦੇਖ ਕਰਕੇ ਉਹ ਬਚਨ ਕਹੇ ਦੋਤੇ ਤਾਈ। ਅਬ ਹੀ ਤੇ ਗਾਦੀ ਲਲਚਾਨੇ। ਬਾਲਕ ਉਮਰਾਂ ਵਿੱਚ ਹੋਈ, ਤੁਸੀਂ ਗੁਰੂ ਨਾਨਕ ਦੇ ਤਖਤ ਨੂੰ ਤੂੰ ਚਾਹੁੰਦੇ ਹੋ। ਆਪਣੇ ਪਿਤਾ ਪਾਸ ਤੇ ਲੀਜੈ। ਇਸ ਕਰਕੇ ਠਹਿਰੋ, ਆਪਣੇ ਪਿਤਾ ਦੇ ਪਾਸੋਂ ਇਹ ਗੁਰਤਖ ਦਾ ਕਦੀ ਦਾ ਤਖਤ ਤੁਸੀਂ ਲੈ ਲਿਓ। ਤਬ ਲਗ ਧੀਰਜ ਧਾਰਨ ਕੀਜੈ। ਚਿਰ ਵੀ ਜੇ ਤੁਸੀਂ ਬਾਲਕ ਹੈ, ਧੀਰਜ ਧਾਰੋ, ਥੋੜਾ ਜਿਹਾ ਟਿਕੋ। ਸੁਨ ਕਰ ਪਿਤਾ ਬਾਕ ਅਨਕੂਲੇ। ਪੁੱਤਰੀ ਭਾਨੀ ਨੇ ਪਿਤਾ ਦੇ ਜਿਹੜੇ ਬਚਨ ਹੈ ਆਪਣੇ ਮਨ ਅਨੁਸਾਰੀ ਵੇਖ ਕੇ ਆਦਿਕ ਕਿਰਪਾ ਲਖ ਮਨ ਮਹਿ ਫੂਲੇ। ਪਿਤਾ ਸਤਿਗੁਰੂ ਦੀ ਬਹੁਤ ਕਿਰਪਾ, ਮਨ ਵਿੱਚ ਬੀਬੀ ਭਾਨੀ ਜੀ ਬਹੁਤ ਫੁੱਲ ਗਏ, ਖੁਸ਼ ਹੋ ਗਏ। ਲਗ ਸੁਤ ਕੋ ਗੁਰ ਚਰਨਨ ਪਾਏ। ਜੋ ਛੋਟੀ ਉਮਰਾਂ ਵਿੱਚ ਪੁੱਤਰ ਗੁਰੂ ਅਰਜਨ ਦੇਵ ਉਹਨਾਂ ਨੂੰ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨੀ ਪਾਇਆ। ਲੇਕਰ ਗੋਦ ਪ੍ਰਮੋਦ ਲਜਾਏ। ਆਪਣੀ ਗੋਦ ਵਿੱਚ ਲੈ ਲਿਆ ਹੈ ਤੇ ਬੜਾ ਭਾਰੀ ਆਨੰਦ ਵਧਾਇਆ ਹੈ ਲਿਆ ਕੇ। ਇਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥੇ ਤ੍ਰਿਤੀਯ ਮਹੱਲੇ ਸ੍ਰੀ ਰਾਮਦਾਸ ਜੀ ਔ ਸ੍ਰੀ ਅਰਜਨ ਦੇਵ ਜੀ ਜਨਮ ਪ੍ਰਸੰਗ ਵਰਣਨੰ। ਨਾਮ ਖਸਟਮੋ ਮੰਦਰਹਿ ਦੋਹਰਾ, ਇੱਕ ਦਿਨ ਸਤਿਗੁਰ ਨਿਸਾ ਮਹਿ। ਸੰਤ ਰੇਣ ਕਵੀ ਜੀ ਕਹਿੰਦੇ ਆ ਵੀ ਪ੍ਰੇਮ ਦੇ ਸਿੰਘ ਇੱਕ ਦਿਨ
ਸਤਿਗੁਰੂ ਅਮਰਦਾਸ ਸਾਹਿਬ ਜੀ ਰਾਤ ਦੇ ਸਮੇਂ ਸਹਿਜਾ ਪਰ ਸੁਪਤਾ ਜੋ ਸੋਹਣੀ ਸਹਿਜਾ ਉੱਪਰ ਉਹਦੇ ਉੱਪਰ ਬਿਰਾਜਮਾਨ ਹੋਏ ਸਨ। ਕੂਕ ਪੁਕਾਰੀ ਨਾਰ ਇੱਕ ਗੋਇੰਦਵਾਲ ਦੀ ਇੱਕ ਇਸਤਰੀ ਉਹਨੇ ਕਹਿੰਦੇ ਕੂਕ ਜੀ ਮਾਰ ਕੇ ਚਾਂਗ ਮਾਰੀ ਹੈ। ਸਗਰੀ ਪੁਰੀ ਸੁਨਾ ਸਾਰੀ ਗੋਇੰਦਵਾਲਪੁਰੀ ਵਿੱਚ ਉਹਦੀ ਕੂਕ ਜੀ ਹੈ ਸੁਣਾਈ, ਚੀਕ ਜੀ ਸੁਣਾਈ ਹੈ। ਚੌਪਈ ਗੁਰ ਕੇ ਖੁੱਲੇ ਸੁਨਤ ਹੀ ਉਹ ਨੈਣ ਮਾਈ ਦੇ ਕਹਿੰਦੇ ਕੂਕ ਦੇ ਆਵਾਜ਼ ਨਿਤ ਸੁਣ ਕੇ ਮਹਾਰਾਜ ਦੇ ਝਟਪਟ ਨੇਤਰ ਖੁੱਲ ਗਏ, ਜਾਗ ਪਏ। ਬੋਲੇ ਦਾਸ ਸੰਗ ਸੁਖ ਦੇਨ ਸੁਖ ਦੇਣ ਵਾਲੇ ਸਤਿਗੁਰੂ ਆਪਣੇ ਸੇਵਕ ਦੇ ਸੰਗ ਬੋਲੇ ਹਨ। ਕੌਣ ਅਚਾਨਕ ਕੀਨ ਪੁਕਾਰੀ ਇਹ ਰਾਤ ਦੇ ਸਮੇਂ ਕਿਹਨੇ ਅਚਨਚੇਤੇ ਪੁਕਾਰ ਜੀ ਕੀਤੀ ਹੈ, ਕਿਉਂ ਚਾਂਗ ਮਾਰੀ ਹੈ। ਕਿਸ ਤੇ ਦੁਖ ਪਾਇਓ ਇਸ ਨਾਰੀ ਇਸ ਮਾਈ ਨੇ ਇਸ ਇਸਤਰੀ ਨੇ ਕਿਹਦੇ ਕੋਲੋਂ ਐਸਾ ਦੁੱਖ ਪਾਇਆ ਹੈ। ਸੁਨ ਬੱਲੂ ਨੇ ਤਬ ਹੈ ਜੋ ਸੁਨਾਏ ਗੁਰੂ ਅਮਰਦਾਸ ਸਾਹਿਬ ਜੀ ਦਾ ਸਿੱਖ ਭਾਈ ਬੱਲੂ ਜੀ ਉਹਨੇ ਸੁਣਾਇਆ ਹੈ। ਪੁੱਤਰ ਪੁੱਤਰ ਕਹਿ ਕੋ ਬਿਲ ਲਾਈ ਮਹਾਰਾਜ ਕਹਿੰਦੇ ਵੀ ਆ ਪੁੱਤਰ ਹੈ, ਮੇਰਾ ਪੁੱਤਰ ਹੈ, ਉਹ ਕਹਿ ਕੇ ਰੋਣ ਦੀ ਆਵਾਜ਼ ਕਰ ਰਹੀ ਹੈ। ਕਹਾ ਭਇਓ ਕੁਝ ਜਾਏ ਨ ਜਾਨਾ ਮੇਰੇ ਪੁੱਤਰ ਨੂੰ ਕੀ ਹੋ ਗਿਆ, ਮਾਰਾ ਕੋਈ ਸਮਝਿਆ ਨਹੀਂ ਜਾਂਦਾ ਹੈ। ਨੰਦਨ ਦੁਖੀ ਕੇ ਹੱਥ ਭਾ ਪ੍ਰਾਨਾ ਪੁੱਤਰ ਕਿਸੇ ਰੋਗ ਕਰਕੇ ਦੁਖੀ ਹੈ ਜਾਂ ਪੁੱਤਰ ਦੇ ਪ੍ਰਾਣ ਨਾਸ਼ ਹੋ ਗਏ, ਮਰ ਗਿਆ ਹੈ। ਸਤਿਗੁਰ ਕਹਿਓ ਜਾਏ ਸੁਧ ਆਨਾ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਕਿਹਾ ਵੀ ਬੱਲੂ ਸੇਵਕ ਤੂੰ ਜਾ ਕੇ ਖਬਰ ਸਾਰ ਲੈ। ਭਈ ਦੁਖੀ ਕੇ ਮਹਮ ਹੈ ਬਖਾਨਾ ਵੀ ਉਹ ਮਾਤਾ ਦੁਖੀ ਹੋਈ ਹੈ, ਸਾਨੂੰ ਪੁੱਛ ਕੇ ਆ ਕੇ ਦੱਸ। ਸੁਨ ਆਇਸ ਬੱਲੂ ਚੱਲ ਗਇਓ ਮਹਾਰਾਜ ਦੀ ਆਗਿਆ ਸੁਣ ਕੇ ਬੱਲੂ ਸੇਵਕ ਚਲਾ ਗਿਆ। ਮ੍ਰਿਤਕ ਪੁੱਤਰ ਤਹ ਦੇਖਤ ਭਇਓ ਆ ਕੇ ਦੇਖਿਆ ਵੀਰਾ ਪੁੱਤਰ ਤਾਂ ਮਾਈ ਦਾ ਮਰਿਆ ਪੁਰਿਆ ਹੈ। ਸਭ ਬਿਦ ਬੂਝ ਗੁਰੂ ਢਿਗ ਕਹਿਓ ਮਾਤਾ ਤੋਂ ਸਭ ਤਰ੍ਹਾਂ ਕਰਕੇ ਪੁੱਛ ਕੇ ਗੁਰੂ ਅਮਰਦਾਸ ਸਾਹਿਬ ਜੀ ਦੇ ਕੋਲ ਚਲਿਆ ਗਿਆ। ਤ੍ਰਿ ਵਿਧਵਾ ਕੇ ਇੱਕ ਸੁਤ ਰਹਿਓ ਮਾਰਾ ਇੱਕ ਵਿਧਵਾ ਮਾਈ ਸੀ, ਉਹਦਾ ਇੱਕੋ ਪੁੱਤਰੀ ਹੈ ਰਿਹਾ ਸੀ, ਬਾਕੀ ਤਈਆ ਤਾਪ ਖੇਦ ਤਿਸ ਦੈ ਮਾਰਾ ਕੈ ਜਿਹੜਾ ਤਈਆ ਤਾਪ ਹੁੰਦਾ ਉਹਨੇ ਬੜਾ ਦੁੱਖ ਜਾ ਦੇ ਕੇ ਕਰਿਓ ਮ੍ਰਿਤਕ ਬਹੁ ਨਿਰਬਲ ਕਹਿ ਇਹ ਕੈ ਮਾਤਾ ਵਿਧਵਾ ਦੇ ਪੁੱਤਰ ਨੂੰ ਕਮਜ਼ੋਰ ਜਾ ਕਰਕੇ ਫੇਰੀ ਮਾਰੀ ਦਿੱਤਾ ਹੈ। ਸੁਨ ਗੁਰ ਕਹਿਓ ਪ੍ਰਾਤ ਜਬ ਹੋਏ ਗੁਰੂ ਮਹਾਰਾਜ ਨੇ ਸੁਣ ਕੇ ਬੱਲੂ ਨੂੰ ਕਿਹਾ ਵੀ ਜਦੋਂ ਸਵੇਰ ਹੋ ਆਏਗੀ ਮਰਿਓ ਪੁੱਤਰ ਤਿਸ ਜੀਵਨ ਹੋਏ ਉਹਨੂੰ ਜਾ ਕੇ ਕਹਿ ਦਿਓ ਵੀ ਉਹਦੇ ਪੁੱਤਰ ਦਾ ਕਹਿੰਦੇ ਉਹ ਮਰੇ ਹੋਏ ਦਾ ਜੀਵਨ ਹੋ ਜਾਊ, ਉਹਨੂੰ ਜਿਉਂਦਾ ਕਰ ਦਿਆਂਗੇ। ਅਬ ਕਹਿ ਦਿਓ ਨ ਕਰ ਹੈ ਬਿਰਲਾਪ ਹੁਣ ਅੰਮ੍ਰਿਤ ਵੇੜਾ ਹੋ ਚੁੱਕਿਆ, ਉਹਨੂੰ ਆਖੋ ਵੀ ਉਹ ਬਿਰਲਾਪ ਨਾ ਕਰੇ, ਬੈਣ ਨਾ ਪਾਵੇ। ਬੰਦਹ ਕੈਦ ਤੇਈਏ ਤਈਆ ਤਾਪ ਜਿਹੜਾ ਕਈਆ ਤਾਪ ਇਹਨੂੰ ਕਹਿੰਦੇ ਕੇਨ ਕਾ ਕੈਦ ਵਿੱਚ ਪਾ ਕੇ ਨੂੜ ਕੇ ਸਿਟਾਂਗੇ। ਸੁਨ ਬੱਲੂ ਨੇ ਜਾਏ ਸੁਨਾਈ ਬੱਲੂ ਸੇਵਕ ਨੇ ਜਾ ਕੇ ਮਾਤਾ ਨੂੰ ਸੁਣਾ ਦਿੱਤਾ ਹੈ। ਭਈ ਭੋਰ ਸੁਤ ਮ੍ਰਿਤ ਲੈ ਆਈ ਜਦੋਂ ਸਵੇਰ ਦਾ ਸਮਾਂ ਹੋਇਆ, ਪੁੱਤਰ ਮਰੇ ਨੂੰ ਚੁੱਕ ਕੇ ਮਹਾਰਾਜ ਦੇ ਪਾਸ ਲੈ ਆਈ ਹੈ। ਸ੍ਰੀ ਗੁਰ ਜਲ ਮੰਗਾਏ ਛਿੜਕਾਇਓ ਗੁਰੂ ਅਮਰਦਾਸ ਸਾਹਿਬ ਜੀ ਨੇ ਸੁੱਚਾ ਜਲ ਮੰਗਾ ਕੇ ਉਹ ਮਰੇ ਪੁੱਤਰ ਉੱਪਰ ਛਿੜਕਾਇਆ ਹੈ। ਸਤ ਨਾਮ ਕਹਿ ਬਾਲ ਜਿਵਾਇਓ ਸੱਚਾ ਨਾਮ ਵਾਹਿਗੁਰੂ ਕਹਿ ਕਹਿ ਕੇ ਪੁੱਤਰ ਨੂੰ ਜਿਉਂਦਾ ਕਰ ਦਿੱਤਾ। ਅਸ ਗੁਰ ਅਮਰ ਪ੍ਰਾਨ ਦੇ ਦਾਨ ਐਸੇ ਗੁਰੂ ਅਮਰਦਾਸ ਸਾਹਿਬ ਜੀ ਇਹ ਕਹਿੰਦੇ ਜਿਹੜੇ ਮਰਿਆਂ ਨੂੰ ਦੁਬਾਰਾ ਪ੍ਰਾਣ ਦੇਣ ਵਾਲੇ ਹੈ। ਬੱਲੂ ਸੌਂਪਨ ਕੀਨ ਬਖਾਨ ਫਿਰ ਭਾਈ ਬੱਲੂ ਸੇਵਕ ਨੂੰ ਸਤਿਗੁਰਾਂ ਨੇ ਆਹ ਵਚਨ ਕਿਹਾ ਹੈ। ਮ੍ਰਿਤਕ ਜਿਵਾਵਨ ਭਲੀ ਨਾ ਬਾਤ ਕਹਿੰਦੇ ਵੀ ਮਰਿਆਂ ਨੂੰ ਜਿਹੜਾ ਜਿਉਂਦੇ ਕਰਨਾ ਇਹ ਸਾਡੇ ਲਈ ਚੰਗੀ ਗੱਲ ਨਹੀਂ ਹੈ। ਜਾਂ ਤੇ ਅਬ ਇਸ ਤੇ ਉਪਰਾਂਤ ਕਹਿੰਦੇ ਹੁਣ ਇਸ ਤੋਂ ਬਾਅਦ ਵੀ ਆਹ ਗੱਲ ਹੋਵੇਗੀ, ਇਹ ਬਚਨ ਹੋਏਗਾ। ਨਰ ਤ੍ਰੇ ਮ੍ਰਿਤਕ ਹੋਏ ਕਬ ਨਾਹੀ ਜਿਹੜਾ ਕੋਈ ਪੁਰੇ ਸ਼ਾ ਜਾਂ ਇਸਤਰੀ ਹੈ ਕਹਿੰਦੇ ਉਹ ਬਿਲਕੁਲ ਨਾ ਕੋਈ ਮਰੇ। ਜਬ ਲਗ ਤਨ ਧਰ ਹਮਪੁਰ ਮਾਹੀ ਨਾ ਚਿਰ ਮਨੁੱਖਾ ਸੀਰ ਧਾਰ ਕੇ ਸ੍ਰੀ ਗੋਇੰਦਵਾਲ ਸਾਹਿਬ ਦੇ ਵਿੱਚ ਅਸੀਂ ਜਿਉਂਦੇ ਜਾਗਦੇ ਰਹਾਂ। ਜਮ ਕੋ ਠਾਕ ਦਇਓ ਤਿਸ ਕਾਲ ਉਹ ਵਚਨ ਕਹਿ ਕੇ ਜਿਹੜਾ ਜਮ ਕਾਲ ਕਰਨ ਵਾਲਾ ਉਹ ਨਹੀਂ ਰੋਕ ਦਿੱਤਾ ਸਤਿਗੁਰੂ ਨੇ। ਜੋ ਸਭ ਜੀਵਨ ਕਰਤੋ ਕਾਲ ਜੀ ਕਹਿੰਦੇ ਜਿਹੜਾ ਇਹ ਸਾਰੇ ਜੀਵਾਂ
ਸਿੱਖਾਂ ਨੂੰ ਮਾਰਦਾ ਕਾਲ ਕਰਦਾ ਉਹਨੂੰ ਰੋਕ ਦਿੱਤਾ ਵੀ ਤੂੰ ਨਹੀਂ ਇੱਥੇ ਆਉਣਾ ਹੈ। ਗੋਇੰਦਵਾਲ ਵਿਖੇ ਨਹੀਂ ਆਨੋ ਵਚਨ ਕਰ ਦਿੱਤਾ ਵੀ ਜਮਕਾਲ ਤੂੰ ਗੋਇੰਦਵਾਲ ਵਿੱਚ ਬਿਲਕੁਲ ਨਹੀਂ ਆਉਣਾ। ਕਿਸ ਕੇ ਪ੍ਰਾਨ ਨਹੀਂ ਬਿਨ ਸਾਵ ਜਿੰਨਾ ਚਿਰ ਸਾਡਾ ਸਰੀਰ ਹੈ ਕਿਸੇ ਦੇ ਪ੍ਰਾਣ ਤੂੰ ਖਤਮ ਨਹੀਂ ਕਰਨੇ, ਜਾਨ ਨਹੀਂ ਕੱਢਣੀ ਹੈ। 2 ਸੰਮਤ ਮੈਂ ਸਤਿਗੁਰ ਇਸ ਤਰ੍ਹਾਂ 2 ਤੇ 20 ਸਾਲ ਤੱਕ ਸਤਿਗੁਰੂ ਜੀ ਉਂਝ ਸੰਪਰਦਾਨ ਅਨੁਸਾਰ 21 ਸਾਲ 5 ਮਹੀਨੇ ਤੇ 14 ਦਿਨ ਮਹਾਰਾਜ ਗੁਰਤਾ ਗੱਦੀ ਦੇ ਤਖਤ ਉੱਪਰ ਬੈਠੇ ਸੀ। ਇੱਥੇ ਸੰਤਰੇਣ ਕਵੀ ਨੇ 22 ਸਾਲ ਲਿਖਿਆ ਹੈ। ਲੈ ਗਾਦੀ ਕੋ ਬਸਤ ਭਏ ਪੁਰ ਗੁਰਤਾ ਗੱਦੀ ਲੈ ਕੇ ਗੋਇੰਦਵਾਲ ਵਿੱਚ ਆਪ ਜੀ ਬਸੇ। ਤਬ ਲੋ ਇਸਤਰੀ ਪੁਰਖ ਆਨੰਦੇ 22 ਸਾਲ ਤੱਕ ਜਿੰਨੇ ਗੋਇੰਦਵਾਲ ਦੇ ਇਸਤਰੀ ਪੁਰਖ ਆਨੰਦ ਖੁਸ਼ੀ ਰਹੇ। ਕਿਸ ਕੇ ਨਹਿ ਜਮ ਪ੍ਰਾਨ ਨਿਕੰਦੇ ਜਿਹੜਾ ਜਮ ਹੈ ਉਹਨੇ ਆ ਕੇ ਕਿਸੇ ਦੇ ਪ੍ਰਾਣਾਂ ਨੂੰ ਨਹੀਂ ਕੱਢਿਆ ਹੈ। ਅਚਰਜ ਚਰਤ ਗੁਰੂ ਕੇ ਮਹਾ ਕਵੀ ਸੰਤਰੇਣ ਕਹਿੰਦਾ ਵੀ ਪ੍ਰੇਮ ਸਿੰਘ ਗੁਰੂ ਅਮਰਦਾਸ ਸਾਹਿਬ ਸਤਿਗੁਰੂ ਦੇ ਚਰਜੀ ਕੌਤਕ ਹੈ। ਦੀਪਕ ਬਾਰੈ ਤੇਲ ਨਹਿ ਜਹਾਂ ਜਿੱਥੇ ਕਹਿੰਦੇ ਤੀਏ ਵੀ ਦੇ ਤੇਲ ਹੈ ਨਹੀਂ ਉੱਥੇ ਦੀਵਾ ਬਲਦਾ, ਜਿੱਥੇ ਕਹਿੰਦੇ ਸੁਆਸ ਹੈ ਨਹੀਂ ਉੱਥੇ ਤੇਲ ਸੁਆਸ ਦੇ ਕੇ ਦੀਵਾ ਬਾਲ ਦਿੰਦੇ ਜਿਉਂਦੇ ਕਰ ਦਿੰਦੇ। ਪੁਨ ਗੁਰ ਤੇਇਆ ਤਾਪ ਹਕਾਰਿਓ ਫਿਰ ਜਿਹੜਾ ਕਹਿੰਦੇ ਤੇਇਆ ਤਾਪ ਸੀ ਉਸ ਨੂੰ ਮਹਾਰਾਜ ਨੇ ਆਪਣੇ ਆਤਮ ਵੱਲ ਨਾ ਕੋਲ ਸਦਿਆ ਹੈ। ਤਿਸ ਕੋ ਬਾਰਕ ਸਮ ਤਨ ਧਾਰਿਓ ਉਹਨੇ ਕਹਿੰਦੇ ਬੱਚੇ ਦੇ ਸਮਾਨ ਸਰੀਰ ਜਾ ਧਾਰਿਆ ਤੇਏ ਤਾਪ ਨੇ। ਚਰਨ ਜੰਜੀਰ ਡਾਰ ਕਰ ਦੀਨ ਮਹਾਰਾਜ ਨੇ ਕਹਿ ਕੇ ਉਹਦੇ ਚਰਨਾਂ ਵਿੱਚ ਇਸ ਤਰ੍ਹਾਂ ਬੇੜੀ ਜੀ ਪਵਾ ਦਿੱਤੀ ਹੈ। ਗਰਮ ਹੈ ਤੌਕ ਪਾਏ ਬੋ ਕੀਨ ਦੇ ਵਿੱਚ ਵੱਡਾ ਸਾਰਾ ਭਾਰੀ ਸੰਗਲ ਜਾ ਪਾ ਦਿੱਤਾ ਹੈ। ਜੁਗ ਹਾਥਨ ਮਹਿ ਡਾਰ ਹਥੌਰੀ ਦੋਵੇਂ ਹੱਥਾਂ ਵਿੱਚ ਵੀ ਇਸ ਤਰ੍ਹਾਂ ਹੱਥ ਕੜੀਆਂ ਲਵਾ ਦਿੱਤੀਆਂ। ਲੋਹ ਪਿੰਜਰੇ ਮਹਿ ਤਿਸ ਠੌਰੀ ਲੋਹੇ ਦਾ ਪਿੰਜਰਾ ਮੰਗਾ ਕੇ ਉਸ ਜਗ੍ਹਾ ਵੀ ਲੋਹੇ ਦੇ ਪਿੰਜਰੇ ਵਿੱਚ ਪਾਏ ਪੌਰ ਨਿਜ ਦੀਨ ਟਿਕਾਇਓ ਪਿੰਜਰੇ ਵਿੱਚ ਪਾ ਕੇ ਬਾਹਰਲੇ ਦਰਵਾਜ਼ੇ ਤੇ ਟਿਕਾ ਦਿੱਤਾ ਰੱਖ ਕਹਿਓ ਗੁਰੂ ਤਿਸ ਤਰਾਸ ਨ ਪਾਇਓ। ਮਹਾਰਾਜ ਨੇ ਕਿਹਾ ਵੇਖੋ ਇਸ ਤੇਏ ਤਾਪ ਨੇ ਕਿਸੇ ਦਾ ਕੋਈ ਡਰ ਭੈ ਨਹੀਂ ਪਾਇਆ ਹੈ। ਜਾਂ ਤੇ ਇਸ ਅਬ ਪੌਰ ਰਖਾਇਓ ਇਸ ਕਰਕੇ ਕਹਿੰਦੇ ਇਸ ਨੂੰ ਵੀ ਦਰਵਾਜ਼ੇ ਉੱਪਰ ਰੱਖਿਆ ਹੈ। ਕੀਤਕ ਮਾਸਨ ਸਮਾਂ ਬਿਤਾਇਓ ਜਦੋਂ ਕੁਝ ਕੁ ਮਹੀਨੇ ਦਾ ਸਮਾਂ ਲੰਘਿਆ ਹੈ ਦੁਰਬਲ ਅੰਗ ਹੋਏ ਬਹੁ ਗਇਓ ਤੇਏ ਤਾਪ ਬੱਚੇ ਦੇ ਬੜੇ ਕਮਜ਼ੋਰ ਜੇ ਅੰਗ ਹੋ ਗਏ। ਗੁਰ ਸਿੱਖਨ ਕੋ ਬੰਦਤ ਭਇਓ ਗੁਰੂ ਕੇ ਸਿੱਖਾਂ ਨੂੰ ਆਉਣ ਵਾਲਿਆਂ ਨੂੰ ਮੱਥੇ ਟੇਕਦਾ ਬਹੁਤ ਕਹਿ ਕੋ ਆਵੇ ਅਸ ਉਪਕਾਰੀ ਕਹਿੰਦਾ ਵੀ ਐਸਾ ਕੋਈ ਪਰਉਪਕਾਰੀ ਸਿੱਖ ਆਵੇ ਮੋਹ ਮੁਚਾਵਹਿ ਕਰਨਾ ਧਾਰੀ ਕਿਰਪਾ ਤਰਸ ਧਾਰ ਕੇ ਮੈਨੂੰ ਇਥੋਂ ਛੁਡਾ ਦੇਵੇ ਪਿੰਜਰੇ ਤੋਂ ਕਢਾ ਦੇਵੇ। ਨਿਕਟ ਕਦੀਮੀ ਸੇਵਕ ਜੋਏ ਮਹਾਰਾਜ ਦੇ ਬਹੁਤ ਸਮੇਂ ਤੋਂ ਰਹਿਣ ਵਾਲਾ ਜਿਹੜਾ ਹਮੇਸ਼ਾ ਕੋਈ ਸੇਵਕ ਹੋਵੇ। ਲੱਖਾਂ ਦੁਖ ਦਹਿਤ ਕਹੈ ਨ ਕੋਏ ਉਹ ਦੁਖਦਾਈ ਜਾਣ ਕਰਕੇ ਇਸ ਨੂੰ ਛੁਡਾਉਣ ਵਾਸਤੇ ਕੋਈ ਨਹੀਂ ਸਿਫਾਰਿਸ਼ ਕਰਦਾ ਸਤਿਗੁਰੂ। ਤਬ ਲਾਲੋ ਡੱਲੇ ਕਾ ਜੋਈ ਜੋ ਡੱਲੇ ਪਿੰਡ ਦਾ ਭਾਈ ਲਾਲੋ ਸਿੱਖ ਸੀ। ਗੁਰ ਦਰਸ਼ਨ ਹਿਤ ਆਇਓ ਸੋਈ ਇੱਕ ਵਾਰੀ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਲਈ ਆਇਆ ਚੱਲ ਕੇ। ਵੇਖ ਲਾਲੋ ਕੋ ਤੇਇਆ ਜਬੈ ਜਦੋਂ ਕਹਿੰਦੇ ਲਾਲੋ ਨਹੀਂ ਤੇਏ ਨੂੰ ਵੇਖਿਆ ਹੈ। ਬਿਨਤੀ ਅਦਕ ਬਖਾਨੀ ਤਬੈ ਇਹਨੇ ਬੜੀਆਂ ਬੇਨਤੀਆਂ ਲੇੜੀਆਂ ਜੀਆਂ ਕਰਕੇ ਕੀਤੀਆਂ ਕਈਆਂ। ਤੁਮ ਉਪਕਾਰੀ ਸਿੱਖ ਸੋ ਆਇਓ ਕਹਿੰਦੇ ਬਈ ਭਾਈ ਲਾਲੋ ਤੂੰ ਬੜਾ ਭਰ ਉਪਕਾਰ ਕਰਨ ਵਾਲਾ ਸਿੱਖ ਆਇਆ ਇੱਥੇ। ਗੁਰੂ ਕੈਦ ਤੇ ਹਮੈ ਛੁਡਾਇਓ ਉਹ ਜਾਂਦਾ ਜਾਂਦਾ ਗੁਰੂ ਦੀ ਕੈਦ ਵਿੱਚੋਂ ਮੈਨੂੰ ਛੁਡਾ ਜਾ। ਲਾਲੋ ਦੇਖ ਦਇਆ ਮਨ ਆਈ ਭਾਈ ਲਾਲੋ ਨੂੰ ਦੇਖ ਕੇ ਮਨ ਵਿੱਚ ਬਹੁਤ ਦਇਆ ਜੀ ਆ ਗਈ। ਸਤਿਗੁਰ ਕੇ ਟਿਕ ਜਾਇ ਸੁਨਾਈ ਅਮਰਦਾਸ ਸਾਹਿਬ ਜੀ ਕੋਲ ਜਾ ਕੇ ਉਹਨੇ ਸੁਣਾਇਆ ਹੈ। ਮਹਾਰਾਜ ਇਸ ਕਰ ਹੋ ਖਲਾਸੀ ਬੱਚੇ ਨੂੰ
ਕਿਉਂ ਪਿੰਜਰੇ ਵਿੱਚ ਪਾਇਆ, ਇਹਦੀ ਬੰਦ ਖਲਾਸੀ ਕਰਦੇ, ਉਹਨੂੰ ਛੱਡ ਛਡਾ ਦਿਓ ਜੀ। ਦੁਰਬਲ ਅਧਿਕ ਲਹੈ ਸੁਖ ਦੁਖ ਬੱਚਾ ਦਰਾਸੀ। ਬੜਾ ਕਮਜ਼ੋਰ ਹੋਇਆ, ਬਹੁਤਾ ਦੁੱਖ ਲੈ ਰਿਹਾ ਹੈ। ਭਇਓ ਦੀਨ ਕਰ ਜੋਰ ਦਿਖਾਵੈ। ਮੈਂ ਮਹਾਰਾਜ ਜਦੋਂ ਦਰਵਾਜ਼ੇ ਕੋਲ ਲੰਘਿਆ, ਬੜਾ ਦੀਨ ਜਾ ਹੋ ਕੇ ਇਸ ਤਰ੍ਹਾਂ ਹੱਥ ਜੋੜ ਕੇ ਮੈਨੂੰ ਦਿਖਾਉਂਦਾ ਸੀ। ਛੁਟ ਬੇਕਾਰਨ ਬਿਨੈ ਸੁਨਾਵੈ। ਮੇਰਾ ਲੋਹੇ ਦੇ ਪਿੰਜਰੇ ਤੋਂ ਛੁੱਟਣ ਕਰਕੇ ਬੜੀਆਂ ਬੇਨਤੀਆਂ ਸੁਣਾਉਂਦਾ ਉਹ। ਕਹਿਓ ਗੁਰੂ ਹੈ ਲਾਲੋ ਭਾਈ। ਗੁਰੂ ਮਹਾਰਾਜ ਨੇ ਕਿਹਾ, ਉਹ ਭਾਈ ਲਾਲੋ, ਇਹੋ ਬਾਲਕ ਨਹਿ ਬੁਰੀ ਬਲਾਈ। ਐਵੇਂ ਬੱਚਾ ਜਾਣਾ ਸਮਝੇ ਤਾਂ ਬੜਾ ਤਕੜੀ ਬੁਰੀ ਬਲਾ ਹੈ। ਲੇਕਾਰ ਜੇਕਾਰ ਹਮਸੇ ਇਸੇ ਛੁਡਾਵੋ। ਐ ਭਾਈ ਲਾਲੋ, ਜੇ ਸਾਡੇ ਕੋਲੋਂ ਇਸ ਨੂੰ ਤੂੰ ਛੁਡਾਉਣਾ ਹੀ ਹੈ, ਆਪਣੇ ਸੰਗ ਲੇਹ ਤੁਮ ਜਾਵੋ। ਚੰਗਾ ਛੁਡਾ ਕੇ ਆਪਣੇ ਨਾਲੇ ਬਲਾ ਨੂੰ ਤੂੰ ਲੈ ਲੈ, ਬੱਚੇ ਨੂੰ ਲੈ ਜਾ। ਇਮ ਆਗਿਆ ਸਤਿਗੁਰ ਕੀ ਲੀਨ। ਕਿਉਂ ਲਾਲੋ ਜੀ ਨੇ ਇਸ ਗੁਰੂ ਅਮਰਦਾਸ ਸਾਹਿਬ ਜੀ ਦੀ ਆਗਿਆ ਇਜਾਜ਼ਤ ਲੈ ਲਈ ਹੈ। ਆਏ ਖਲਾਸੀ ਤਤਸ਼ੈਨ ਕੀਨ। ਝਟ-ਪਟ ਦਰਵਾਜ਼ੇ ਆ ਕੇ ਇਸ ਦੀ ਬੰਦ ਖਲਾਸੀ ਜੀ ਕਰੀ ਕਰਵਾਈ, ਛਡਾਇਆ। ਗੁਰ ਤੇ ਵਿਦਾ ਹੋਏ ਤਿਸ ਚਾਲੇ। ਜਦੋਂ ਭਾਈ ਲਾਲੋ ਜੀ ਮਹਾਰਾਜ ਤੋਂ ਵਿਦਾ ਹੋ ਕੇ ਚਲਿਆ ਹੈ, ਤਿਸ ਬਾਲਕ ਕੋ ਲੀਨਸ ਨਾਲੇ। ਉਹ ਜਿਹੜਾ ਤਈਆ ਤਾਂ ਬਾਲਕ ਰੂਪ ਵਿੱਚ ਉਸਨੂੰ ਨਾਲ ਜਾ ਲੈ ਲਿਆ ਹੈ। ਪਹੁੰਚੇ ਕਿਤਕ ਕੋਸ ਜਬ ਜਾਏ। ਜਦੋਂ ਕੁਝ ਕੋਹਾਂ ਰਸਤਾ ਤੈਅ ਕਰਦਿਆਂ ਜਾ ਪਹੁੰਚੇ, ਤਈਆ ਤਾਪ ਸ਼ੁਦਤ ਬਿਕੁਲਾਏ। ਇਧਰ ਤਈਆ ਤਾਂ ਬਾਲਕ ਰੂਪ ਵਿੱਚ ਭੁੱਖ ਨਾਲ ਵਿਆਕੁਲ ਹੋਇਆ ਹੈ। ਲਾਲੋ ਸੰਗ ਕਹਿਓ ਕਰ ਜੋਰ। ਭਾਈ ਲਾਲੋ ਸਿੱਖ ਦੇ ਸਾਥ ਹੱਥ ਜੋੜ ਕੇ ਇਸਨੇ ਕਿਹਾ, ਅਬ ਚਲਬੇ ਕੋ ਨਹਿ ਮਮ ਜੋਰ। ਅਰੇ ਭਾਈ ਲਾਲੋ, ਹੁਣ ਅੱਗੇ ਜਾਣ ਵਾਸਤੇ ਮੇਰੇ ਵਿੱਚ ਬਲ ਨਹੀਂ ਰਿਹਾ ਹੈ। ਭੂਖ ਅਦਕ ਲਾਗੀ ਤਨ ਮੇਰੇ। ਇਹ ਦੱਸਾਂ, ਮੇਰੇ ਸਰੀਰ ਨੂੰ ਬਹੁਤ ਹੀ ਭੁੱਖ ਲੱਗੀ ਹੋਈ ਹੈ, ਮੈਂ ਤੰਗ ਹੋਇਆ ਹੋਇਆ। ਬਿਨ ਆਹਾਰ ਦਿਨ ਬਿਤੇ ਕਨੇਰੇ। ਕਿਉਂਕਿ ਬਿਨਾਂ ਭੋਜਨ ਛਕੇ ਤੋਂ ਬਹੁਤ ਦਿਨ ਲੰਘੇ ਸੀ ਮੈਨੂੰ। ਦੇਹੁ ਨਿਦੇਸ਼ ਅਬ ਮੈਂ ਤ੍ਰਿਪਤਾਵੂੰ। ਤੁਸੀਂ ਮੈਨੂੰ ਆਗਿਆ ਦੇ ਦਿਓ, ਮੈਂ ਕਹਿੰਦੇ ਭੋਜਨ ਛਕ ਕੇ ਤ੍ਰਿਪਤ ਹੋ ਜਾਵਾਂ। ਪੁਨ ਤੂਰਨ ਤੁਮ ਸੰਗ ਸਿਧਾਵੂੰ। ਰੱਜ ਪੁੱਜ ਕੇ ਫਿਰ ਛੇਤੀ ਤੁਹਾਡੇ ਨਾਲ ਮੈਂ ਚੱਲ ਪਵਾਂਗਾ। ਸੁਨ ਲਾਲੋ ਕਰ ਦਇਆ ਉਚਾਰੀ। ਸੁਣ ਕੇ ਲਾਲੋ ਜੀ ਨੇ ਇਸ ਤਰ੍ਹਾਂ ਦਇਆ ਕਰਕੇ ਕਿਹਾ ਇਸ ਨੂੰ, ਆਗੇ ਚੱਲ ਹੈ ਗ੍ਰਾਮ ਮਝਾਰੀ। ਵੀ ਅੱਗੇ ਚੱਲ ਤੇ ਅੱਗੇ ਪਿੰਡ ਆ ਜਾਏਗਾ। ਹੁਣ ਪਹਿਤ ਚੂਨ ਲੈ ਬਹੁਤ ਪਕਾਵੈ। ਤੇ ਪਿੰਡ ਵਿੱਚ ਬਹੁਤੀ ਦਾਲ ਰਿੰਨ ਕੇ ਆਟਾ ਲੈ ਕੇ ਬਹੁਤਾ ਪਕਾ ਕੇ ਪ੍ਰਸ਼ਾਦੇ। ਨੀਕੀ ਰੀਤ ਤੋਹਿ ਤ੍ਰਿਪਤਾਵੈ। ਪਹਿਲਾਂ ਚੰਗੇ ਢੰਗ ਨਾਲ ਤੈਨੂੰ ਵੀ ਰਜਾਵਾਂ ਬਜਾਵਾਂਗੇ ਬੱਚੇ। ਨਹੀਂ ਦੂਰ ਕਛ ਨੇਰੇ ਜਾਨ। ਕਹਿੰਦੇ ਆ ਦੂਰ ਨਹੀਂ ਕੋਈ ਪਿੰਡ ਆ, ਨੇੜੇ ਜਾਈਏ ਆਪਣਾ। ਮਨ ਭਾਵਤ ਕੀਜਹਿ ਤਹਿ ਖਾਨ। ਫਿਰ ਵੀ ਡੱਲੇ ਵਿੱਚ ਜਾ ਕੇ ਮਨ ਭਾਉਂਦਾ ਤੂੰ ਭੋਜਨ ਛਕ ਲਈ। ਪੁਨ ਤੁਝ ਕੋ ਲੈ ਸੰਗ ਸਿਧਾਰੈ। ਚਲੋ ਕਹਿੰਦੇ ਜੇ ਰਾਜ ਪਿੰਡ ਆ ਗਿਆ ਫਿਰ ਉੱਥੇ ਖਵਾ ਦਿਆਂਗੇ, ਤੂੰ ਲੈ ਕੇ ਤੈਨੂੰ ਨਾਲ ਚਲੇ ਜਾਵਾਂਗੇ। ਪਹੁੰਚੈ ਸੇਵਰ ਨੀਕ ਪਰਕਾਰੈ। ਹਾਂ, ਟੰਗੇ ਢੰਗ ਨਾਲ ਆਪਣੇ ਟਿਕਾਣੇ ਤੇ ਆਪਣੇ ਘਰ ਪਹੁੰਚ ਜਾਵਾਂਗੇ ਆਪਣੇ ਦੋਹਾਂ। ਸੁਨ ਬਾਰਕ ਤਾਪ ਬਾਕ ਬਖਾਨਾ। ਭਾਈ ਲਾਲੋ ਤੋਂ ਸੁਣ ਕੇ ਉਹ ਬੱਚੇ ਤੀਏ ਨੇ ਤਦੋਂ ਬਚਨ ਕਿਹਾ, ਮਮ ਆਹਾਰ ਅਬ ਹੈ ਇਸ ਥਾਨਾ। ਭਾਈ ਲਾਲੋ ਜੀ, ਛਕਣ ਵਾਲਾ ਭੋਜਨ ਮੇਰਾ ਹੁਣ ਇਸ ਥਾਂ ਤੇ ਹੈਗਾ ਹੈ। ਤੁਮ ਆਗਿਆ ਬਿਨ ਸਕੋ ਨ ਖਾਏ। ਤੁਹਾਡੀ ਆਗਿਆ ਤੋਂ ਬਗੈਰ ਮੈਂ ਭੋਜਨ ਛਕ ਨਹੀਂ ਸਕਦਾ। ਕਰੋ ਤੁਰਤ ਹੀ ਹੋਇ ਤ੍ਰਿਪਤਾਏ। ਬਸ ਕਹਿੰਦੇ ਬਹੁਤੀ ਦੇਰੀ ਨਹੀਂ, ਮੈਂ ਬਸ ਤੁਸੀਂ ਮਾੜਾ ਜਿਹਾ ਕਹੋ ਤੇ ਮੈਂ ਛੇਤੀ ਤ੍ਰਿਪਤ ਹੋ ਜਾਣਾ, ਹੁਣੇ ਬਸ ਪੂਰਾ ਰੱਜ ਜਾਣਾ। ਸਹਿਜ ਸੁਭਾਇਕ ਲਾਲੋ ਕਹੇ। ਭਾਈ ਲਾਲੋ ਜੀ ਨੂੰ ਕਥਾ ਨਹੀਂ ਵੀ ਇਹ ਤਈਆ ਹੈ, ਬੁਰੀ ਬਲਾ ਹੈ, ਬੱਚਾ ਨਹੀਂ ਹੈ, ਸੁਤੇ ਸੁਭਾਅ ਕਹਿ ਦਿੱਤਾ। ਤ੍ਰਿਪਤਾਵਹ ਆਹਾਰ ਜਹ ਲਹਿਓ। ਦੀਦਾ ਤਾਂ ਹੈ ਨਹੀਂ ਉਜਾੜਾ, ਜੇ ਕਿ ਤੈਨੂੰ ਭੋਜਨ ਦੀਦਾ ਤੇ ਲੈ ਕੇ ਤ੍ਰਿਪਤ ਹੋ ਜਾ, ਰੱਜ ਜਾ। ਘੜੀ ਮਾਤਰ ਹਮ ਠਹਿਰਨ ਕਰੈ। ਚਲੋ ਕੋਈ ਨਹੀਂ ਬੱਚੇ, ਅਸੀਂ ਇੱਕ ਘੜੀ 24 ਮਿੰਟ ਇੱਥੇ ਠਿਕ ਜਾਵਾਂਗੇ। ਪੁਨ ਹਮ ਚੱਲੈ ਤੋਰ ਸੰਗ ਧਰੈ।
ਇਹਨੂੰ ਵੀ ਨਾਲ ਲੈ ਕੇ ਫਿਰ ਆਪਾਂ ਚੱਲ ਪਵਾਂਗੇ ਅੱਗੇ ਨੂੰ। ਤਹ ਧੋਬੀ ਇੱਕ ਵਸਤਰ ਪਖਾਰੈ, ਉੱਥੇ ਕਹਿੰਦੇ ਘਾਟ ਉੱਪਰ ਇੱਕ ਧੋਤੀ ਕੱਪੜੇ ਧੋ ਰਿਹਾ ਸੀ ਧੋਬੀ। ਜਲ ਨਿਚੋਰ ਸੁਸ਼ਕਨ ਕੋ ਡਾਰੈ, ਕੱਪੜੇ ਵਿੱਚੋਂ ਜਲ ਜਾ ਨਿਚੋੜ ਜੋੜ ਕੇ ਤੇ ਇਸ ਤਰ੍ਹਾਂ ਸੁੱਕੇ ਪਾ ਰਿਹਾ ਸੀ। ਜਬ ਲਾਲੋ ਤੇ ਆਗਿਆ ਲੀਨ, ਜੋ ਭਾਈ ਲਾਲੋ ਸਿੱਖ ਤੋਂ ਇਹ ਤੇ ਇਹ ਬਾਲਕ ਨੇ ਆਗਿਆ ਇਜਾਜ਼ਤ ਲੈ ਲਈ ਹੈ। ਤਤ ਛਿਨ ਪਰਵਰਸ਼ਨ ਤਿਹ ਤਨ ਕੀਨ, ਟੱਟ ਪੱਟ ਕਹਿੰਦੇ ਉਹਦੇ ਸਰੀਰ ਵਿੱਚ ਜਾ ਪ੍ਰਵੇਸ਼ ਹੋਇਆ ਹੈ। ਭਇਓ ਕੰਪ ਧੋਬੀ ਗਿਰ ਪਰਿਓ, ਉਹਨੇ ਕੰਬਾ ਜਾ ਚੜਿਆ ਧੋਬੀ ਨੂੰ ਤੇ ਉੱਥੇ ਹੀ ਉੱਠ ਕੇ ਡਿੱਗ ਗਿਆ ਹੈ। ਸਰਬ ਸਰੀਰ ਪੀਰ ਬੋ ਕਰਿਓ, ਸਾਰੇ ਸਰੀਰ ਨੂੰ ਬਹੁਤ ਦੁਖੀ ਤੰਗ ਕਰਦਾ। ਰੁਦਰ ਨਿਚੋਰ ਲੀਨ ਸਭ ਐਸੇ, ਸਾਰੇ ਸਰੀਰ ਦਾ ਧੋਬੀ ਦਾ ਕਹਿੰਦੇ ਲਹੂ ਖੂਨ ਇਉਂ ਨਿਚੋੜ ਲਿਆ ਹੈ। ਵਸਤਰ ਨਿਚੋਰਤ ਜਲ ਕੋ ਜੈਸੇ, ਜਿਵੇਂ ਕਹਿੰਦੇ ਧੋਬੀ ਉਹ ਪਾਣੀ ਵਿੱਚੋਂ ਜਲ ਨੂੰ ਨਿਚੋੜ ਰਿਹਾ ਸੀ, ਕੱਢ ਰਿਹਾ ਸੀ। ਤਹ ਘਟ ਫੋਰ ਠੀਕਰਾ ਭਰਿਓ, ਉਹ ਧੋਬੀ ਦਾ ਘੜਾ ਜਾ ਭੰਨ ਕੇ ਠੀਕਰਾ ਜਾ ਬਣਾ ਕੇ ਖੂਨ ਨਾਲ ਭਰ ਲਿਆ ਇਸ ਨੇ। ਲਾਲੋ ਨਿਕਟ ਲਿਆਏ ਬੋ ਕਰਿਓ, ਭਾਈ ਲਾਲੋ ਸਿੱਖ ਦੇ ਕੋਲ ਲਿਆਇਆ ਫਿਕਰਾ ਜਾ ਭਰ ਕੇ। ਕਹਿਓ ਕਿ ਭਾਈ ਲੇਹੁ ਨਿਹਾਰ, ਕਹਿਣ ਲੱਗਾ ਵੇ ਗੁਰੂ ਕੇ ਸਿੱਖ ਭਾਈ ਭਰਾਵਾ ਵੇਖ ਲਾ ਤੂੰ। ਇਸ ਪ੍ਰਕਾਰ ਕੋ ਮੋਹਿ ਹਾਰ, ਕਹਿੰਦਾ ਸਾਡਾ ਕਹਿੰਦੇ ਇਸ ਤਰ੍ਹਾਂ ਦਾ ਰੋਜ਼ ਦਾ ਭੋਜਨ ਹੈ। ਚਿਰੰਕਾਲ ਤੇ ਸ਼ੁੱਧਤ ਵਿਸਾਲਾ, ਮੈਂ ਤਾਂ ਕਹਿੰਦੇ ਬਹੁਤ ਸਮੇਂ ਤੋਂ ਬੜਾ ਭੁੱਖਾ ਤੇ ਆਇਆ ਸੀ। ਪਾਨ ਕਰੂੰ ਤ੍ਰਿਪਤੋਂ ਇਸ ਉਹਨੇ ਕਾਲਾ, ਲਹੂ ਮੈਂ ਪੀ ਲਵਾਂਗਾ ਇਸ में ਪੂਰਾ ਤ੍ਰਿਪਤ ਹੋ ਜਾਵਾਂਗਾ। ਕਿਰਪਾ ਆਪ ਕੀ ਮੋਹਿ ਬਚਾਇਓ, ਇਹਦਾ ਤੁਹਾਡੀ ਕਿਰਪਾ ਹੋ ਗਈ, ਮੈਨੂੰ ਗੁਰੂ ਪਾਸੋਂ ਤੁਸੀਂ ਬਚਾਤਾ ਛਡਾਤਾ। ਵੱਡ ਬੰਧਨ ਤੇ ਮੋਹਿ ਮੁਚਾਇਓ, ਉਹਦਾ ਬਹੁਤ ਤਕੜੇ ਬੰਧਨਾਂ ਵਿੱਚ ਨੂੜਿਆ ਪਿਆ ਸੀ, ਤੁਸੀਂ ਮੈਨੂੰ ਹੀ ਛਡਾਇਆ ਹੈ। ਸੁਨ ਅਰ ਪਿਖ ਲਾਲੋ ਔਰ ਤਰਾਸਾ, ਵੇਖ ਤੇ ਵੇਖ ਕੇ ਖੂਨ ਦਾ ਡੋਲਾ ਭਾਈ ਲਾਲੋ ਜੀ ਦੇ ਵੀ ਡਰ ਗਿਆ ਹੈ। ਕੈਦ ਗੁਰੂ ਤੇ ਇਸੇ ਨਿਕਾਸਾ, ਇਹ ਬਾਦ ਲੇੜੀਆਂ ਜੀਆਂ ਕਰਦਾ ਸੀ, ਮੈਂ ਮਹਾਰਾਜ ਤੋਂ ਪੁੱਛ ਕੇ ਇਹਨੂੰ ਕੈਦ ਵਿੱਚੋਂ ਕੱਢ ਕੇ ਲਿਆ। ਵੱਡ ਬਲਾਏ ਨਾ ਮੈਂ ਕਛ ਜਾਨਾ, ਮੈਂ ਸਿੱਖ ਨੇ ਜਾਣਿਆ ਨਹੀਂ ਵੀ ਇਹ ਤਾਂ ਬਹੁਤ ਵੱਡੀ ਬਲਾ ਹੈ ਕੋਈ। ਸੰਗ ਕਰੂਰ ਕਰਮਾ ਅਬ ਆਨਾ, ਇਹ ਬਹੁਤ ਭੜੇ ਕੰਮ ਕਰਨ ਵਾਲਾ ਮੈਂ ਨਾਲ ਲਿਆਂਦਾ ਹੈ। ਕਹਿ ਲਾਲੋ ਅਬ ਚੱਲ ਗੁਰ ਪੌਰ, ਭਾਈ ਲਾਲੋ ਕਹਿੰਦਾ ਬੱਚੇ ਤੂੰ ਤਾਂ ਬੜੀ ਬੁਰਾ, ਚੱਲ ਗੁਰੂ ਕੇ ਦਰਵਾਜ਼ੇ ਉੱਥੇ ਹੀ। ਮੈਂ ਨ ਲਜਾਵੋ ਆਪਣੀ ਠੌਰ, ਵੇ ਆਪਣੇ ਥਾਂ ਵਿੱਚ ਆਪਣੇ ਪਿੰਡ ਵਿੱਚ ਤੈਨੂੰ ਨਹੀਂ ਲੈ ਕੇ ਜਾਣਾ ਹੈ। ਜੀਵਨ ਕੋ ਦੁਖ ਦਾਇਕ ਪਾਪੀ, ਤਾਂ ਬੱਚਿਆ ਪਾਪੀ ਹੈ, ਬੜਾ ਜੀਆਂ ਨੂੰ ਦੁੱਖ ਦੇਣ ਵਾਲਾ ਹੈ। ਵਿਆਕੁਲ ਕਰ ਹੈ ਮਹਾ ਸੰਤਾਪੀ, ਉਹਦਾ ਕਹਿੰਦੇ ਚੜ ਕੇ ਵਿਆਕਲ ਕਰਨੇਗਾ, ਬੜਾ ਦੁੱਖ ਦੇਵੇਂਗਾ ਜੀਵਾਂ ਨੂੰ। ਗੁਰ ਰਾਖਹਿਗੇ ਕੈਦ ਮਝਾਰੀ, ਠੀਕ ਆ ਤੈਨੂੰ ਗੁਰੂ ਅਮਰਦਾਸ ਜੀ ਕੈਦ ਕਰਕੇ ਹੀ ਰੱਖਣਗੇ। ਤੁਮਰੇ ਜੋਗ ਅਹੈ ਆਸਕਾਰੀ, ਤੇਰੇ ਤਾਂ ਲਾਇਕ ਬਸ ਇਹੋ ਜਿਹਾ ਕੰਮ ਹੈ, ਤੈਨੂੰ ਕੈਦ ਕਰਕੇ ਹੀ ਰੱਖਣਾ ਚਾਹੀਦਾ। ਸੁਨ ਤੇਇਆ ਚਿਤ ਆਤਸ਼ੈ ਤਰਾਸਾ, ਹਾਂ ਤਈਆ ਤਾਂ ਬਾਲਕ ਰੂਪ ਵਿੱਚ ਸਿੱਖ ਤੋਂ ਸੁਣ ਕੇ ਚਿੱਤ ਵਿੱਚ ਬਹੁਤ ਡਰਿਆ ਹੈ। ਨਾਹਿ ਲਜਾਹੋ ਗੁਰੂ ਅਬ ਪਾਸਾ, ਲੇੜੀਆਂ ਕਰਨ ਲੱਗਾ, ਕਹਿੰਦਾ ਵੀ ਗੁਰੂ ਮਹਾਰਾਜ ਕੋਲ ਨਾ ਹੁਣ ਤੂੰ ਮੈਨੂੰ ਲੈ ਕੇ ਜਾਈਂ। ਮੈਂ ਤੁਮਰੇ ਬਾਕਨ ਅਨੁਸਾਰੀ, ਹੈ ਭਾਈ ਲਾਲੋ ਸਿੱਖ ਜਿਵੇਂ ਤੁਸੀਂ ਬਚਨ ਕਹੋਗੇ ਮੈਂ ਉਹਦੇ ਅਨੁਸਾਰੀ ਹੋ ਕੇ ਰਹਾਂਗਾ। ਜਿਮ ਔਰ ਚਾਹੋ ਸੋ ਕਰਹੂੰ ਕਾਰੀ, ਗੁਰੂ ਕੇ ਸਿੱਖ ਹੋ ਜਿਵੇਂ ਚਾਹੋਗਾ ਉਵੇਂ ਮੈਂ ਕੰਮ ਕਰਿਆ ਕਰੂੰਗਾ। ਅਬ ਤੇ ਆਗੇ ਇਹੀ ਪ੍ਰਸੰਗ, ਚਲੋ ਮਹਾਰਾਜ ਕਹਿੰਦੇ ਮੈਂ ਬਚਨ ਕਰਦਾ ਹੁਣ ਤੋਂ ਲੈ ਕੇ ਜਿਹੜਾ ਅੱਗੇ ਕਹਿੰਦੇ ਇਹ ਜਿਹੜਾ ਪ੍ਰਸੰਗ ਹੈ ਨਾ ਤੁਹਾਡਾ ਸਾਡਾ, ਜਿਸ ਬਿਦ ਹੋਇਓ ਹਮ ਤੁਮ ਸੰਗ, ਇਸ ਤਰ੍ਹਾਂ ਕਹਿੰਦੇ ਮੇਰੇ ਤੇ ਤੇਰੇ ਨਾਲ ਹੋਇਆ, ਤੁਸੀਂ ਛਡਾਇਆ ਤੇ ਮੈਂ ਛੁੱਟ ਕੇ ਆਇਆ। ਕਹੈ ਕਥਾ ਜੋ ਸੁਨੈ ਸੁਨਾਵੇ, ਜਿਹੜਾ ਕੋਈ ਇਹ ਕਥਾ ਨੂੰ ਕਹੇਗਾ ਜਾਂ ਸੁਣੇ ਸੁਣਾਏਗਾ, ਸ੍ਰੀ ਗੁਰ ਅਮਰ ਨਾਮ ਕੋ ਧਿਆਵੇ, ਫਿਰ ਗੁਰੂ ਅਮਰ ਸਾਹਿਬ ਮਹਾਰਾਜ ਦਾ ਨਾਮ ਧਿਆਏਗਾ। ਤਹਾਂ ਨ ਮੈਂ ਦੁਖ ਦੇਹੂੰ ਕਦਾਈ, ਮੈਂ ਉੱਥੇ ਕਹਿੰਦੇ ਕਿਸੇ ਸਮੇਂ ਉਹਨੂੰ ਦੁੱਖ ਨਹੀਂ ਦੇਵਾਂਗਾ। ਸੁਨ ਪ੍ਰਸੰਗ ਤਤਕਾਲ ਬੁਲਾਈ, ਜਦੋਂ ਕੋਈ ਇਹ ਪ੍ਰਸੰਗ ਸੁਣ ਲੂ ਝਟਪਟ ਕਹਿੰਦੇ ਮੈਂ ਭੁਲਾ ਜਾਵਾਂਗਾ, ਭੱਜ ਜਾਵਾਂਗਾ, ਦੌੜ ਜਾਵਾਂਗਾ। ਕਰਨਾ ਕਰਹੁ ਸ਼ੋਰ ਅਬ ਜਾਵਹੁ, ਤੁਸੀਂ ਗੁਰੂ ਕੇ ਸਿੱਖ ਹੈ, ਤਰਸ ਕਰੋ ਮੈਨੂੰ ਹੁਣ ਛੱਡ ਜਾਓ ਇੱਥੇ। ਨਿਜ ਉਪਕਾਰ ਕਰਿਓ ਨ ਜੋ ਮਿਟਾਵੋ, ਆਪਣਾ ਤੁਸੀਂ ਮੇਰੇ ਉੱਪਰ ਪਰਉਪਕਾਰ
ਕੀਤਾ ਇਹਨੂੰ ਨਾ ਹੁਣ ਤੁਸੀਂ ਛੱਡੋ। ਬਿਨੈ ਸੁਣੀ ਲਾਲੋ ਤਜ ਦਇਓ। ਭਾਈ ਲਾਲੋ ਨੇ ਬੇਨਤੀ ਸੁਣੀ, ਇਹਨੂੰ ਬੱਚੇ ਧੀਏ ਨੂੰ ਛੱਡ ਦਿੱਤਾ ਹੈ। ਗੁਰੂ ਕੈਦ ਤੇ ਛੂਟਤ ਭਇਓ। ਕਵੀ ਜੀ ਕਹਿੰਦੇ ਉਹ ਗੁਰੂ ਕੀ ਕੈਦ ਵਿੱਚੋਂ ਇਹ ਭਾਈ ਲਾਲੋ ਜੀ ਦੇ ਕਰਕੇ ਛੁੱਟ ਗਿਆ ਹੈ। ਬਹੁਰ ਨ ਗੋਇੰਦਵਾਲ ਪ੍ਰਵੇਸ਼ਾ। ਆ ਮੁੜ ਕੇ ਕਹਿੰਦੇ ਤਈਆ ਤਾਂ ਬਾਲ ਗੁਰੂ ਵਿੱਚ ਸੀ, ਗੋਇੰਦਵਾਲ ਵਿੱਚ ਨਹੀਂ ਆ ਕੇ ਬੜਿਆ। ਸੁਨੈ ਨਾਮ ਡਰ ਧਾਰ ਵਿਸ਼ੇਸ਼ਾ। ਸੋ ਨਾਮ ਸੁਨੇ ਸਤ ਭਾਨ ਡਰਿਓ, ਧਰਮਰਾਜ ਵੀ ਡਰ ਗਿਆ। ਇਸ ਤਰ੍ਹਾਂ ਕਹਿੰਦੇ ਡਰ ਧਾਰਿਆ ਇਸ ਨਾਮ। ਤਈਆ ਤਾਪ ਆਏ ਜਿਸ ਭਾਈ। ਹਾਂ ਕਵੀ ਆਪਣੇ ਵੱਲੋਂ ਕੁਝ ਕਹਿ ਰਿਹਾ ਵੀ ਹੇ ਭਰਾਵੋ ਜਿਹਨੂੰ ਤਈਆ ਤਾਪ ਕੋਈ ਚੜਿਆ ਵੇ, ਕਥਾ ਸੁਨੈ ਮਨ ਚਿਤ ਕੋ ਲਾਈ। ਉਹ ਆਪਣਾ ਮਨ ਚਿਤ ਲਾ ਕੇ ਕਥਾ ਸੁਣ ਲਵੇ। ਗੇਹੂ ਚੂਨ ਸਵਾ ਸਿਰ ਲਹੈ। ਉਦੋਂ ਬਾਅਦ ਕਹਿੰਦੇ ਸਵਾ ਕਸੇਰ ਕਣਕ ਦਾ ਆਟਾ ਲੈ ਲੈ। ਸਵਾ ਪਾਓ ਰਸ ਈਖ ਮਿਲਹਿ। ਸਵਾ ਕਪਾਈਆ ਉਹਦੇ ਵਿੱਚ ਗੰਨੇ ਦਾ ਰਸ ਮਿਲਾ ਮਿੱਠਾ ਮਿਲਾ ਲਵੇ। ਸਵਾ ਛਟਾਂਕ ਸੋ ਕਿਰਤ ਮਿਲਾਵੈ। ਸਵਾ ਛਟਾਂ ਕਹਿੰਦੇ ਉਹਦੇ ਵਿੱਚ ਦੇਸੀ ਘਿਓ ਮਿਲਾ ਲਵੇ। ਅਸ ਲਾਲੋ ਕਾ ਰੋਟ ਪਕਾਵੈ। ਭਾਈ ਲਾਲੋ ਜੀ ਦਾ ਨਾਮ ਲੈ ਕੇ ਇਸ ਤਰ੍ਹਾਂ ਪ੍ਰਸ਼ਾਦਾ ਜਾਂ ਮੋਟਾ ਪਕਾ ਲਵੇ। ਕਰ ਅਰਦਾਸ ਬਾਰਕਨ ਖਵਾਵੈ। ਇਹ ਅਰਦਾਸ ਕਰਕੇ ਛੋਟੇ ਛੋਟੇ ਬੱਚਿਆਂ ਨੂੰ ਪ੍ਰਸ਼ਾਦਾ ਜਾਂ ਛਕਾ ਦੇਵੇ। ਸ੍ਰੀ ਗੁਰ ਅਮਰ ਨਾਮ ਕਉ ਧਿਆਵੈ। ਗੁਰਦਾਸ ਸਾਹਿਬ ਜੀ ਦਾ ਨਾਮ ਧਿਆਵੇ, ਧਿਆਨ ਕਰੇ ਕਿ ਮਹਾਰਾਜ ਖੜਾ ਛਡਾਵੇ ਤੋਂ। ਸੇ ਜਵਾਰ ਤੇਈਏ ਤੇ ਮੁਚ ਜਾਵੈ। ਉਹ ਜਿਹੜਾ ਪੁਰਸ਼ ਹੈ ਤੀਏ ਤਾਪ ਤੋਂ ਕਹਿੰਦੇ ਛੁੱਟ ਜਾਵੇਗਾ। ਕਵ ਅਸ ਗੁਰ ਚਰਨਨ ਬਲ ਜਾਵੈ। ਕਵੀ ਸੰਤ ਰੇਣ ਜੀ ਕਹਿੰਦੇ ਐਸੇ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਤੋਂ ਮੈਂ ਬਲਹਾਰ ਜਾਨਾ, ਸਦਕੇ ਜਾਨਾ ਹਾਂ, ਜਿਹੜੇ ਇਸ ਤਰ੍ਹਾਂ ਦੇ ਦੁੱਖਾਂ ਤਾਪਾਂ ਤੋਂ ਵੀ ਛਡਾਉਣ ਵਾਲੇ ਆਪਣੇ ਸੇਵਕਾਂ ਨੂੰ, ਪਿਆਰਿਆਂ ਨੂੰ। ਸੁਰੋ ਵਿਚਾਰੇ ਪ੍ਰਸੰਗ ਇੱਥੇ ਪੂਰਾ ਹੋਇਆ ਹੈ। ਅਗਲਾ ਪ੍ਰਸੰਗ ਜਿਸ ਤਰ੍ਹਾਂ ਵੀ ਆਏਗਾ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਹੁਣ ਸਮਾਂ ਹੋਇਆ ਹੈ, ਇੱਥੇ ਸਮਾਪਤੀ ਹੈ ਜੀ। ਸੇ ਜਵਾਰ ਤੇਈਏ ਤੇ ਮੁਚ ਜਾਵੈ। ਕਵ ਅਸ ਗੁਰ ਚਰਨਨ ਬਲ ਜਾਵੈ। ਇਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥੇ ਤ੍ਰਿਤੀਯ ਮਹੱਲੇ ਤੇਈਏ ਤਾਪ ਪ੍ਰਸੰਗ ਵਰਣਨ। ਨਾਮ ਸਪਤਮੋ ਮੰਦਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਆਚਿਤ ਹੈ ਪਾਰ ਬ੍ਰਹਮ ਅਵਨਾਸੀ ਅਗਨਾਸ। ਹੇ ਪੂਰਨ ਹੈ ਸਰਵ ਦੁਖ ਭੰਜਨ ਗੁਣਤਾਸ। ਹੇ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਵਟੇ। ਹੇ ਗੋਵਿੰਦ ਹੈ ਗੁਣ ਨਿਧਾਨ, ਜਾਂ ਕੇ ਸਦਾ ਬਰੇ। ਹੇ ਅਪਰੰਪਰ ਹਰ ਹਰੇ, ਹੈ ਪੀ ਹੋਵਨਹਾਰ। ਹੇ ਸੰਤਾਂ ਕਾ ਸਦਾ ਸੰਗ, ਨਿਦਾਰਾ ਆਧਾਰ। ਹੇ ਠਾਕੁਰ ਹਾਂ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਈ। ਨਾਨਕ ਦੀਜੈ ਨਾਮ ਦਾਨ, ਰੱਖੋ ਹਿਐ ਪਰੋ। ਆਏ ਪ੍ਰਭ ਸ਼ਰਨਾਗਤੀ, ਕਿਰਪਾ ਨਿਧ ਦਿਆਲ। ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੇ ਸੋ ਤਰੇ ਪਾਰ। ਜੋ ਸਰਦਾ ਕਰ ਸੇਵੰਦੇ, ਗੁਰੂ ਪਾਰੇ ਉਤਾਰਨ ਹਾਰ। ਜੋ ਸਰਦਾ ਕਰ ਸੇਵੰਦੇ, ਗੁਰੂ ਪਾਰੇ ਉਤਾਰਨ ਹਾਰ। ਤੁਮ ਠਾਕੁਰ ਤੁਮ